ਸਤਿਗੁਰਾਂ ਦੀ ਸੇਵਾ ਦੇ ਵਿੱਚ ਹਾਜ਼ਰ ਸਨ। ਸੋ ਸਤਿਗੁਰਾਂ ਨੇ ਹੁਕਮ ਕੀਤਾ ਭਈ ਸਾਡੇ ਜਿਹੜੇ ਸੁੰਦਰ ਸ਼ਸਤਰ ਅਸੀਂ ਤਿਆਰ ਕਰਵਾਏ ਨੇ, ਬਣਵਾਏ ਨੇ, ਜਿਨ੍ਹਾਂ ਦੇ ਉੱਤੇ ਸੋਨਾ ਆਦਿਕ ਲਗਵਾਇਆ ਹੋਇਆ ਕੀਮਤੀ ਸ਼ਸਤਰ ਨੇ, ਉਹ ਲੈ ਕਰਕੇ ਆਉਣਾ ਕਰੋ। ਬਾਬਾ ਬੁੱਢਾ ਸਾਹਿਬ ਜੀ ਦੇ, ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖਾਂ ਨੇ ਸਿੱਖਾਂ ਦੇ ਤਾਈਂ ਹੁਕਮ ਕਰਕੇ ਸ਼ਸਤਰ ਮੰਗਵਾਏ। ਬਾਬਾ ਬੁੱਢਾ ਸਾਹਿਬ ਜੀ ਨੇ ਸ਼ੁਭ ਕਰ ਕਮਲਾਂ ਦੇ ਨਾਲ ਜਿੱਥੇ ਗੁਰਤਾ ਗੱਦੀ ਦੇ ਤਿਲਕ ਦੀ ਮਰਿਆਦਾ ਬਾਬਾ ਬੁੱਢਾ ਸਾਹਿਬ ਜੀ ਨੇ ਨਿਭਾਈ, ਉੱਥੇ 2 ਤਲਵਾਰਾਂ ਵੀ ਜਿਹੜੀਆਂ ਉਹ ਸਤਿਗੁਰਾਂ ਨੂੰ ਪਹਿਨਾਉਣਾ ਕੀਤੀਆਂ ਨੇ। ਗਰੀਬ ਨਵਾਜ ਤਖਤ ਦੇ ਉੱਪਰ ਬਿਰਾਜਮਾਨ ਹੋਏ। ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖ ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ। ਭਾਈ ਗੁਰਦਾਸ ਜੀ ਅਤੇ ਹੋਰ ਜਿੰਨੇ ਵੀ ਸਤਿਗੁਰਾਂ ਦੇ ਸਿੱਖ ਸਨ, ਸਭ ਨੇ ਨਮਸਕਾਰਾਂ ਕੀਤੀਆਂ। ਗਰੀਬ ਨਵਾਜ ਸਤਿਗੁਰਾਂ ਦੇ ਕੋਲ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕਰਕੇ ਆਈ ਸੰਗਤ ਨੇ ਸੁੰਦਰ ਘੋੜੇ, ਸੁੰਦਰ ਸ਼ਸਤਰ, ਸੁੰਦਰ ਬਸਤਰ ਜਿਹੜੇ ਉਹ ਸਤਿਗੁਰਾਂ ਨੂੰ ਅਰਪਣ ਕੀਤੇ। ਗਰੀਬ ਨਵਾਜ ਸਤਿਗੁਰਾਂ ਨੇ ਰਹਿਮਤਾਂ ਵਰਤਾਉਂਦਿਆਂ ਸੰਗਤਾਂ ਦੇ ਜਿਹੜੀਆਂ ਭੇਟਾਵਾਂ ਸਨ ਇਹਨਾਂ ਨੂੰ ਅੰਗੀਕਾਰ ਕਰਦਿਆਂ ਬੇਅੰਤ ਖੁਸ਼ੀ ਆਪਣੇ ਦਰ ਤੋਂ ਸੰਗਤਾਂ ਨੂੰ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਵੱਡਾ ਭਾਰੀ ਗੁਰੂ ਕੀਆਂ ਸੰਗਤਾਂ ਦਾ ਇਕੱਠ ਠਾਠਾਂ ਮਾਰਦਾ ਦੂਰੋਂ ਦਰਾਡਿਓਂ ਚੱਲ ਕਰਕੇ ਸੰਗਤਾਂ ਆਈਆਂ। ਬੇਅੰਤ ਗੁਰੂ ਘਰ ਦੇ ਵਿੱਚ ਉਤਸ਼ਾਹ ਹੋਇਆ। ਸੋ ਖਾਲਸਾ ਜੀ ਸਾਰੀ ਸਮਾਪਤੀ ਹੋਈ। ਗਰੀਬ ਨਵਾਜ ਪਾਤਸ਼ਾਹ ਨੇ ਜਿਹੜੇ ਘੋੜੇ ਨੇ ਆਪਣੇ ਸ਼ੁਭ ਕਰ ਕਮਲਾਂ ਦੇ ਨਾਲ ਆਪਣੇ 5 ਜਰਨੈਲਾਂ ਨੂੰ ਆਪ ਸਤਿਗੁਰਾਂ ਨੇ ਕੀਮਤੀ ਘੋੜੇ ਜਿਹੜੇ ਉਹ ਦੇਣਾ ਕੀਤੇ। ਹੋਰ ਵੀ ਨਾਲ ਬੇਅੰਤ ਜਿਹੜਾ ਧਨ ਸੀ ਉਹ ਦੇ ਕਰਕੇ ਗੁਰੂ ਕੇ ਸਿੱਖਾਂ ਦਾ ਗੁਰੂ ਘਰ ਦੇ ਵਿੱਚੋਂ ਸਨਮਾਨ ਕੀਤਾ। ਫਿਰ ਜਿੰਨੀਆਂ ਸੰਗਤਾਂ ਭੇਟਾਵਾਂ ਲੈ ਕਰਕੇ ਆਈਆਂ ਸੀ ਉਹਨਾਂ ਦੇ ਵਿੱਚੋਂ ਸ਼ਸਤਰ ਵੀ ਗੁਰੂ ਕੇ ਸਿੱਖਾਂ ਨੂੰ ਵਰਤਾਏ। ਫਿਰ ਇਹ ਵੀ ਹੁਕਮ ਕੀਤਾ ਕਿ ਇੱਕ ਤਬੇਲੇ ਦੇ ਵਿੱਚ ਇਹ ਜਿਹੜੇ ਜਾਨਵਰ ਗੁਰੂ ਕੀ ਸੰਗਤ ਨੇ ਭੇਟਾ ਕੀਤੇ ਨੇ, ਸੁੰਦਰ ਘੋੜੇ ਨੇ, ਇਹਨਾਂ ਦੇ ਵਾਸਤੇ ਵਧੀਆ ਦਾਣੇ ਪਾਣੀ ਦਾ ਪ੍ਰਬੰਧ ਕਰਕੇ ਸੁੰਦਰ ਇਹਨਾਂ 'ਤੇ ਕਾਠੀਆਂ ਪਾ ਕਰਕੇ ਭਈ ਇਹਨਾਂ ਦੀ ਸਾਂਭ ਸੰਭਾਲ ਕਰਨਾ ਕਰੋ। ਆਪ ਗਰੀਬ ਨਵਾਜ ਪਾਤਸ਼ਾਹ ਚੱਲ ਕਰਕੇ ਤਖ਼ਤ ਸਾਹਿਬ ਵਾਲੇ ਮਹਾਨ ਪਵਿੱਤਰ ਸਥਾਨ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਵਾਲੇ ਰਸਤੇ 'ਤੇ ਸਤਿਗੁਰੂ ਘੋੜੇ 'ਤੇ ਸਵਾਰ ਹੋ ਕੇ ਚੱਲੇ। ਅੱਗੋਂ ਮਾਤਾ ਗੰਗਾ ਜੀ ਕਿਵੇਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਉਡੀਕ ਕਰ ਰਹੇ ਨੇ, ਇਹ ਸਾਰਾ ਪ੍ਰਸੰਗ ਗੁਰੂ ਕੀ ਕਿਰਪਾ ਦੇ ਨਾਲ ਆਵੇਗਾ। ਸਤਿਗੁਰੂ ਰਹਿਮ ਤੇ ਕਿਰਪਾ ਕਰਨ। ਆਪਾਂ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਰਵਣ ਕਰਨ ਦਾ ਯਤਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਜਨਨੀ ਹਿਰਦੇ ਪ੍ਰਤੀਖਤੀ ਚਹ ਦੇਖਨ ਮੁਖ ਚੰਦ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਮਹਾਨ ਪਵਿੱਤਰ ਸਥਾਨ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਚੱਲ ਕਰਕੇ ਜਦੋਂ ਗੁਰਦੁਆਰਾ ਗੁਰੂ ਕੇ ਮਹਿਲ ਨੂੰ ਚਾਲੇ ਪਾਏ, ਘੋੜੇ 'ਤੇ ਸਤਿਗੁਰੂ ਸਵਾਰ ਨੇ। ਦੋਵੇਂ ਤਲਵਾਰਾਂ ਜਿਹੜੀਆਂ ਨੇ ਉਹ ਆਪਣੇ ਤਨ 'ਤੇ ਧਾਰਨ ਕੀਤੀਆਂ ਹੋਈਆਂ ਅਤੇ ਮਾਤਾ ਗੰਗਾ ਜੀ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਉੱਥੇ ਬੈਠ ਕਰਕੇ ਆਪਣੇ ਪੁੱਤਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਿੰਨਾਂ ਦੀ ਉਡੀਕ ਕਰ ਰਹੇ ਨੇ। ਹਿਰਦੇ ਦੇ ਵਿੱਚ, ਮਨ ਦੇ ਵਿੱਚ ਬੜੀ ਸ਼ਰਧਾ ਰੱਖ ਕੇ ਭਾਵਨਾ ਦੇ ਸਹਿਤ ਆਪਣੇ ਪੁੱਤਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਚਾਹਨਾ ਰੱਖ ਕਰਕੇ ਮਾਤਾ ਗੰਗਾ ਜੀ ਬਿਰਾਜਮਾਨ ਨੇ। ਕਦੋਂ ਸਤਿਗੁਰੂ ਆਉਣ, ਚੰਦ ਸਰੀਖੇ ਮੁਖ ਦੇ ਦਰਸ਼ਨ ਕਰਵਾਉਣਗੇ ਆਣ ਕਰਕੇ। ਸ਼ਸਤਰ ਬਸਤਰ ਸੰਯੁਕਤ ਤਿਮ ਗੇ ਸ਼੍ਰੀ ਹਰਗੋਬਿੰਦ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਤਨ ਦੇ ਉੱਤੇ ਸੰਗਤਾਂ ਵੱਲੋਂ ਭੇਟਾ ਕੀਤੇ ਕੀਮਤੀ ਦੁਸ਼ਾਲੇ ਉਹ ਵੀ ਪਹਿਨੇ ਨੇ।
ਸੁੰਦਰ ਜਿਹੜੇ ਸ਼ਸਤਰ ਨੇ ਉਹ ਵੀ ਧਾਰਨ ਕੀਤੇ ਨੇ। 2 ਤਲਵਾਰਾਂ ਜੋ ਮੀਰੀ ਅਤੇ ਪੀਰੀ ਦੀਆਂ ਹੈ ਨਾ, ਉਹ ਵੀ ਆਪਣੇ ਸੁੰਦਰ ਤਨ ਦੇ ਉੱਤੇ ਧਾਰਨ ਕਰਕੇ ਸਤਿਗੁਰੂ ਜੀ ਮਾਤਾ ਜੀ ਨੂੰ ਦਰਸ਼ਨ ਦੇਣ ਵਾਸਤੇ ਚੱਲ ਕਰਕੇ ਗਏ ਹਨ। ਚੋਪਈ ਦੇਖ ਦੂਰ ਤੇ ਸੁਤ ਕੀ ਸੋਭਾ। ਜਦੋਂ ਆਣ ਕਰਕੇ ਗੁਰੂ ਕੀਆਂ ਸੰਗਤਾਂ ਨੇ ਦੱਸਿਆ ਨਾ ਵੀ ਸਤਿਗੁਰੂ ਜੀ ਵਾਪਸ ਚੱਲ ਕਰਕੇ ਆ ਰਹੇ ਨੇ, ਤੇ ਮਾਤਾ ਗੰਗਾ ਜੀ ਉੱਠ ਕਰਕੇ ਵੇਖਦੇ ਨੇ ਤੇ ਕਿੰਨਾ ਸੋਹਣਾ ਸਤਿਗੁਰਾਂ ਦੇ ਤਨ ਦੇ ਉੱਤੇ ਸ਼ਸਤਰ ਪਹਿਨੇ ਹੋਏ ਨੇ, ਕਿੰਨੇ ਕੀਮਤੀ ਦੁਸ਼ਾਲੇ ਪਹਿਨੇ ਨੇ। ਦੂਰੋਂ ਹੀ ਆਪਣੇ ਪੁੱਤਰ ਦੀ ਸ਼ੋਭਾ ਵੇਖ ਕਰਕੇ ਮਾਤਾ ਗੰਗਾ ਜੀ ਬੜੇ ਡਾਢੇ ਪ੍ਰਸੰਨ ਹਨ। ਮਨੋ ਆਨੰਦ ਕੀ ਆਵਤ ਗੋਬਾ। ਇਉਂ ਮਾਨੋ ਕਵੀ ਜੀ ਕਹਿੰਦੇ ਵੀ ਕਿ ਮਾਤਾ ਜੀ ਸੋਚ ਰਹੇ ਵੀ ਜਿਵੇਂ ਖੁਸ਼ੀਆਂ ਦਾ ਹੜ੍ਹ ਹੀ ਆ ਰਿਹਾ ਹੋਵੇ, ਖੁਸ਼ੀਆਂ ਦੀਆਂ ਕਲੀਆਂ ਜਿਹੜੀਆਂ ਖਿੜ ਉੱਠੀਆਂ ਹੋਣ। ਇੰਨਾ ਜ਼ਿਆਦਾ ਆਨੰਦ ਸਤਿਗੁਰਾਂ ਦੇ ਦੂਰੋਂ ਹੀ ਦਰਸ਼ਨ ਕਰਕੇ ਆਪਣੇ ਪੁੱਤਰ ਸਤਿਗੁਰੂ ਜੀ ਦੇ ਤੇ ਮਾਤਾ ਗੰਗਾ ਜੀ ਨਿਹਾਲ ਹੋ ਰਹੇ ਹਨ। ਨਿਕਟ ਪਹੁੰਚ ਕਰ ਬੰਧਨ ਠਾਨੀ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਮਾਤਾ ਗੰਗਾ ਜੀ ਦੇ ਕੋਲ ਗਏ ਨਾ, ਤੇ ਜਾ ਕਰਕੇ ਮਾਤਾ ਗੰਗਾ ਜੀ ਨੂੰ ਪਾਤਸ਼ਾਹ ਜੀ ਨੇ ਨਮਸਕਾਰ ਕੀਤੀ ਹੈ। ਆਸ਼ਿਕ ਦੀਨ ਕਹੀ ਮ੍ਰਿਦ ਬਾਨੀ। ਤੇ ਮਾਤਾ ਗੰਗਾ ਜੀ ਖੁਸ਼ੀ ਦੇ ਵਿੱਚ ਗਦ-ਗਦ ਹੋਏ ਨੇ। ਆਪਣੇ ਪੁੱਤਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਬੇਅੰਤ ਸੀਸਾਂ ਦੇ ਕਰਕੇ ਨਵਾਜਣਾ ਕੀਤਾ। ਜਦੋਂ ਕਿਤੇ ਪੁੱਤਰ ਦੇ ਘਰ ਵਿੱਚ ਖੁਸ਼ੀ ਹੋਵੇ, ਪੁੱਤਰ ਦੇ ਉੱਤੇ ਖੁਸ਼ੀ ਦਾ ਸਮਾਂ ਹੋਵੇ ਨਾ, ਉਹਦੇ ਨਾਲੋਂ ਦੁੱਗਣੀ ਤਿੱਗਣੀ ਖੁਸ਼ੀ ਜਿਹਦਾ ਕੋਈ ਆਦ ਅੰਤ ਹੀ ਨਹੀਂ, ਉਹ ਮਾਤਾ ਨੂੰ ਹੁੰਦੀ ਹੈ। ਮਾਤਾ ਗੰਗਾ ਜੀ ਵੀ ਬੜੇ ਪ੍ਰਸੰਨ ਹੋਏ। ਅੱਜ ਆਪਣੇ ਪੁੱਤਰ ਸਤਿਗੁਰੂ ਦੇ ਸੀਸ ਤੇ ਸੁੰਦਰ ਕਲਗੀ ਜਿਹੜੀ ਇਹ ਸ਼ੋਭਾ ਪਾ ਰਹੀ ਹੈ। 2 ਤਲਵਾਰਾਂ ਪਹਿਨੀਆਂ ਹੋਈਆਂ, ਸੰਗਤਾਂ ਨੇ ਕੀਮਤੀ ਦੁਸ਼ਾਲੇ ਭੇਟ ਕੀਤੇ ਹੈ, ਉਹ ਤਨ ਦੇ ਉੱਤੇ ਧਾਰਨ ਕੀਤੇ ਹੋਏ ਆ। ਫੁੱਲਾਂ ਦੀ ਵਰਖਾ ਸੰਗਤ ਕਰ ਰਹੀ ਹੈ। ਇਹ ਸਾਰਾ ਦ੍ਰਿਸ਼ ਤੱਕ ਕਰਕੇ ਮਾਤਾ ਗੰਗਾ ਜੀ ਬੜੇ ਪ੍ਰਸੰਨ ਨੇ, ਬੜੇ ਖੁਸ਼ ਨੇ। ਪਿਆਰ ਦੇ ਵਿੱਚ ਭਿੱਜ ਕਰਕੇ ਬੜੇ ਮਿੱਠੇ ਮਿੱਠੇ ਸ਼ਬਦ ਬੋਲ ਕਰਕੇ ਮਾਤਾ ਗੰਗਾ ਜੀ ਆਪਣੇ ਪੁੱਤਰ ਨੂੰ ਅਸੀਸਾਂ ਦੇ ਰਹੇ ਹਨ। ਚਿਤਰਤ ਜਰੀ ਮਖਮਲੀ ਮੜਿਓ। ਅਤੇ ਸਤਿਗੁਰਾਂ ਦੇ ਬੈਠਣ ਵਾਸਤੇ ਨਾ ਇੱਕ ਸੁੰਦਰ ਮੂੜਾ ਜਿਹੜਾ ਉਹ ਸੁੰਦਰ ਧਾਗੇ ਦੇ ਨਾਲ ਕੱਢਿਆ ਹੋਇਆ ਹੈ। ਮਖਮਲੀ ਧਾਗੇ ਦੇ ਨਾਲ ਉਹਦੇ ਉੱਤੇ ਕਢਾਈ ਕੀਤੀ ਹੋਈ ਹੈ। ਉਹ ਜਿਹੜਾ ਮੂੜਾ ਹੈ ਉਸ ਨੂੰ ਲੈਣ ਵਾਸਤੇ ਜਿਹੜੇ ਸਤਿਗੁਰਾਂ ਦੇ ਮਾਤਾ ਗੰਗਾ ਜੀ ਦੀ ਸੇਵਾ ਵਿੱਚ ਹਾਜ਼ਰ ਜਿਹੜੀ ਸੇਵਾਦਾਰਨੀ ਬੀਬੀ ਦਾਸੀ ਹੈ, ਉਹ ਲੈਣ ਵਾਸਤੇ ਗਈ ਹੈ। ਅੰਤਰ ਤੇ ਦਾਸੀ ਦਰੁਤ ਕੱਢਿਓ। ਉਹ ਜਿਹੜਾ ਸੁੰਦਰ ਮੂੜਾ ਹੈ ਸਤਿਗੁਰਾਂ ਦੇ ਬਿਰਾਜਣ ਵਾਸਤੇ ਜਿਹੜਾ ਮਖਮਲੀ ਧਾਗੇ ਦੇ ਨਾਲ ਬੁਣਿਆ ਹੋਇਆ ਹੈ, ਉਹਨੂੰ ਅੰਦਰੋਂ ਕੱਢ ਕਰਕੇ ਤੇ ਸਤਿਗੁਰਾਂ ਦੇ ਬੈਠਣ ਵਾਸਤੇ ਡਾਉਣਾ ਕੀਤਾ ਹੈ। ਬੈਠ ਮੋਹਰੇ ਪਰ ਢਿਗ ਮਾਤਾ। ਅਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਸੁੰਦਰ ਮੂੜੇ ਦੇ ਉੱਤੇ ਆਪਣੀ ਮਾਤਾ ਗੰਗਾ ਜੀ ਦੇ ਕੋਲ ਬਿਰਾਜਮਾਨ ਹੋ ਗਏ। ਉਸ ਮੂੜੇ ਦੇ ਉੱਤੇ ਸਤਿਗੁਰੂ ਜੀ ਬੈਠ ਗਏ ਹਨ। ਬੋਲੀ ਆਨੰਦ ਮੇਹ ਨਹਿ ਗਾਤਾ। ਅਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਜਦੋਂ ਮਾਤਾ ਜੀ ਦੇ ਕੋਲ ਬੈਠੇ ਨੇ ਨਾ, ਤੇ ਫਿਰ ਮਾਤਾ ਜੀ ਸਤਿਗੁਰਾਂ ਦੇ ਨਾਲ ਪਿਆਰ ਦੇ ਵਿੱਚ ਭਿੱਜ ਕਰਕੇ ਬਚਨ ਕਰਦੇ ਹਨ। ਕਹੋ ਸੁਤ ਸੰਗਤ ਕੇ ਤਿਕ ਆਈ। ਅਤੇ ਇੰਨੇ ਪਿਆਰ ਦੇ ਵਿੱਚ ਭਿੱਜੇ ਨੇ, ਕੋਈ ਆਨੰਦ ਦਾ ਕੋਈ ਅੰਤ ਹੀ ਨਹੀਂ ਹੈ। ਤੇ ਪਿਆਰ ਦੇ ਵਿੱਚ ਭਿੱਜਿਆ ਹੋਇਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਤਾਈ ਮਾਤਾ ਗੰਗਾ ਜੀ ਪੁੱਛਦੇ ਨੇ, ਪੁੱਤਰ ਸਤਿਗੁਰੂ ਜੀ ਇਹ ਸਾਨੂੰ ਦੱਸਣਾ ਕਰੋ ਵੀ ਸੰਗਤ ਕਿੱਥੋਂ ਕਿੱਥੋਂ ਚੱਲ ਕਰਕੇ ਆਈ, ਕਿੰਨੀ ਕੁ ਸੰਗਤ ਤੁਹਾਡੇ ਅੱਜ ਇਸ ਪਾਵਨ ਦਿਵਸ ਤੇ ਕਿੰਨੀ ਕੁ ਸੰਗਤ ਇਕੱਤਰ ਹੋਈ ਹੈ। ਦੇਸ਼ਨ ਕੇ ਮਸੰਦ ਸਮੁਦਾਈ। ਜਿਹੜੇ ਆਪਣੇ ਦੇਸ਼ਾਂ ਵਿਦੇਸ਼ਾਂ 'ਚ ਗੁਰੂ ਘਰ ਦੇ ਮਸੰਦ ਨੇ, ਸੇਵਾਵਾਂ ਕਰਨ ਵਾਲੇ, ਉਹ ਸਾਰੇ ਜਿਹੜੇ ਮਸੰਦ ਹਨ। ਲੈ ਉਪਹਾਰਨ ਮਿਲੇ ਕਿ ਨਾਹੀ। ਉਹ ਭਿਟਾਵਾਂ ਲੈ ਕਰਕੇ ਆਣ ਕੇ ਤੁਹਾਡੇ ਸੱਦੇ ਤੇ ਤੁਹਾਡੇ ਹੁਕਮ ਤੇ ਚੱਲ ਕਰਕੇ ਆਏ ਹਨ ਕਿ ਨਹੀਂ। ਜਿਮ ਪੂਰਬ ਤੁਮ ਪਿਤ ਕੇ ਪਾਹੀ। ਜਿਵੇਂ ਪਹਿਲਾਂ ਮਸੰਦ ਚੱਲ ਕਰਕੇ ਆਉਂਦੇ ਸੀ ਤੁਹਾਡੇ ਪਿਤਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ,
ਤਿੰਨਾਂ ਸਤਿਗੁਰਾਂ ਦੇ ਕੋਲ ਸੇਵਾਵਾਂ ਭੇਟਾਵਾਂ ਲੈ ਕਰਕੇ ਸੰਗਤ ਦੀਆਂ ਮਸੰਦ ਪਹੁੰਚਦੇ ਸਨ। ਸ੍ਰੀ ਹਰਿ ਗੋਬਿੰਦ ਸਕਲ ਬਤਾਇਓ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਤਾ ਜੀ ਦੇ ਮੁਖ ਤੋਂ ਬਚਨ ਸੁਣ ਕੇ ਨਾ ਕਿ ਪੁੱਤਰ ਸੰਗਤ ਕਿੰਨੀ ਕੁ ਦਰਸ਼ਨ ਕਰਨ ਵਾਸਤੇ ਆਈ ਔਰ ਮਸੰਦ ਕਿੰਨੇ ਚੱਲ ਕਰਕੇ ਆਏ ਹੈ, ਭੇਟਾਵਾਂ ਲੈ ਕਰਕੇ ਵੱਡੇ ਸਤਿਗੁਰਾਂ ਦੀ ਤਰ੍ਹਾਂ ਆਏ ਹਨ ਕਿ ਨਹੀਂ। ਇਹ ਸਾਰੇ ਬਚਨ ਸੁਣ ਕਰਕੇ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਤਾ ਜੀ ਦੇ ਤਾਈਂ ਇਹ ਬਚਨ ਕਰਦੇ ਹਨ। ਬ੍ਰਿੰਦ ਮਸੰਦਨ ਕੋ ਸਭ ਆਇਓ। ਕਹਿਣ ਲੱਗੇ ਮਾਤਾ ਜੀ ਬੜੀ ਕਿਰਪਾ ਵੱਡੇ ਸਤਿਗੁਰਾਂ ਦੀ ਵਰਤੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਹਿਮਤ ਦਾ ਸਦਕਾ ਬੇਅੰਤ ਜਿਹੜੇ ਮਸੰਦ ਨੇ ਗੁਰੂ ਕੀਆਂ ਸੰਗਤਾਂ ਉਹ ਇਕੱਤਰ ਹੋ ਕਰਕੇ ਆਈਆਂ ਹਨ। ਅਧਿਕ ਦੂਰ ਨ ਪਹੁੰਚੇ ਜੋਈ। ਅਤੇ ਜਿਹੜੇ ਦੂਰ ਜਾਦੇ ਸੀ ਨਾ ਮਸੰਦ, ਦੂਰ ਦੂਰ ਦੇਸ਼ਾਂ ਦੇ ਵਿੱਚ ਵਸੇ ਹੋਏ ਨੇ, ਉਹ ਮਸੰਦ ਜਿਹੜੇ ਨੇ ਉਹ ਨਹੀਂ ਚੱਲ ਕਰਕੇ ਆਏ। ਉਹਨਾਂ ਦਾ ਰਸਤਾ ਦੂਰ ਦਾ ਸੀ, ਸਫ਼ਰ ਦੂਰ ਦਾ ਸੀ। ਆਵਤ ਚਲੇ ਇਤੋਂ ਸਭ ਕੋਈ। ਇੱਧਰ ਇਸ ਇਲਾਕੇ ਦੇ ਵਿੱਚ ਜਿੰਨੇ ਵੀ ਮਸੰਦ ਨੇ ਸਾਰੇ ਆਪਣੇ ਨਾਲ ਸੰਗਤਾਂ ਨੂੰ ਲੈ ਕਰਕੇ ਆਏ ਹਨ। ਸ਼ਸਤਰ ਬਸਤਰ ਅਰ ਚਪਲ ਤੁਰੰਗ। ਉਹਨਾਂ ਮਸੰਦਾਂ ਨੇ ਗੁਰੂ ਕੀਆਂ ਸੰਗਤਾਂ ਨੇ ਜਿੱਥੇ ਆਪ ਆਉਣਾ ਕੀਤਾ ਉੱਥੇ ਨਾਲ ਸੁੰਦਰ ਸ਼ਸਤਰ ਲੈ ਕੇ ਆਏ। ਬੜੇ ਕੀਮਤੀ ਸ਼ਸਤਰ, ਬੜੇ ਸੋਹਣੇ ਸੋਹਣੇ ਵਸਤਰ ਅਤੇ ਬੜੇ ਸੋਹਣੇ ਬਲਵਾਨ ਜਿਹੜੇ ਘੋੜੇ ਹਨ ਉਹ ਵੀ ਲੈ ਕਰਕੇ ਆਏ ਹਨ। ਆਨੇ ਸਿੱਖਨ ਸ਼ਰਧਾ ਸੰਗ। ਤੇ ਸਾਰਿਆਂ ਸਿੱਖਾਂ ਨੇ ਮਾਤਾ ਜੀ ਬੜੀ ਸ਼ਰਧਾ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਮਹਾਨ ਪਵਿੱਤਰ ਸਥਾਨ ਤੇ ਮਾਤਾ ਜੀ ਤਖਤ ਸਾਹਿਬ ਤੇ ਹਾਜ਼ਰੀ ਭਰਦਿਆਂ ਸਾਰੀ ਸੰਗਤ ਸ਼ਰਧਾ ਭਾਵਨਾ ਸਤਿਕਾਰ ਦੇ ਸਹਿ ਤੇ ਭੇਟਾ ਲੈ ਕਰਕੇ ਆਈ ਹੈ। ਆਦਿਕ ਪ੍ਰਸੰਨ ਕੀਨ ਮਨ ਮੋਰਾ। ਅਤੇ ਬਹੁਤ ਜ਼ਿਆਦੀਆਂ ਖੁਸ਼ੀਆਂ ਗੁਰੂ ਕੀ ਸੰਗਤ ਨੇ ਭੇਟਾ ਅਰਪਣ ਕਰ ਕਰਕੇ ਗੁਰੂ ਘਰ ਵਿੱਚੋਂ ਪ੍ਰਾਪਤ ਕੀਤੀਆਂ। ਤੇ ਜਿਹੜਾ ਸਾਡਾ ਮਨ ਹੈ ਨਾ ਉਹ ਸੰਗਤਾਂ ਦੀਆਂ ਭੇਟਾਵਾਂ, ਸੁੰਦਰ ਸ਼ਸਤਰ, ਸੋਹਣੇ ਘੋੜੇ ਵੇਖ ਕਰਕੇ ਮਾਤਾ ਜੀ ਬੜਾ ਹੀ ਪ੍ਰਸੰਨ ਹੋਇਆ। ਬੜੇ ਐਸੇ ਸਿੱਖ ਨੇ ਜਿਨ੍ਹਾਂ ਨੇ ਸਾਨੂੰ ਸੁੰਦਰ ਸ਼ਸਤਰ ਅਤੇ ਘੋੜੇ ਉਹ ਭੇਟਾ ਕਰਕੇ ਸਾਡੇ ਤੋਂ ਬੜੇ ਖੁਸ਼ੇ ਲਏ ਹਨ। ਕਿਨ ਹਥਿਆਰ ਦੀਨ ਕਿਨ ਘੋਰਾ। ਕਿਸੇ ਸਿੱਖ ਨੇ ਆਪਣੀ ਸ਼ਕਤ ਅਨੁਸਾਰ ਘੋੜਾ ਭੇਟਾ ਕੀਤਾ ਤੇ ਕਿਸੇ ਨੇ ਲਿਆ ਕਰਕੇ ਸ਼ਸਤਰ ਅਰਪਣ ਕੀਤਾ ਹੈ ਗੁਰੂ ਘਰ ਵਿੱਚ। ਸੈਨ ਸਕੀਲਾ ਕੇ ਤਿਕ ਦਿਨ ਮੈਂ। ਆਉਣ ਵਾਲਾ ਸਮਾਂ ਜਦੋਂ ਮਾਤਾ ਜੀ ਆਵੇਗਾ ਨਾ ਤੇ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਵੱਡੀ ਭਾਰੀ ਫੌਜ ਜਿਹੜੀ ਹੈ ਉਹ ਗੁਰੂ ਘਰ ਦੀ ਇਕੱਤਰ ਕਰ ਲਵਾਂਗੇ, ਇਕੱਠੀ ਕਰ ਲਵਾਂਗੇ, ਫੌਜ ਭਰਤੀ ਕਰਨੀ ਹੈ। ਯੋਧਾ ਅਚਲ ਰਹੇ ਜੇ ਰਨ ਮੈਂ। ਐਸੇ ਮਾਤਾ ਜੀ ਯੋਧੇ ਜਿਹੜੇ ਉਹ ਆਪਣੀ ਸੈਨਾ ਦੇ ਵਿੱਚ, ਆਪਣੀ ਫੌਜ ਵਿੱਚ ਭਰਤੀ ਕਰਾਂਗੇ ਜਿਹੜੇ ਭਾਰੀ ਬਲਵਾਨ ਹੋਣ ਔਰ ਜਿਹੜੇ ਅਡੋਲ ਲੈ ਕੇ ਲੜ ਸਕਦੇ ਹੋਣ, ਜਿਹੜੇ ਮੈਦਾਨੇ ਜੰਗ ਜਿਹੜਾ ਹੈ ਉਹਨੂੰ ਛੱਡ ਕਰਕੇ ਭੱਜਣ ਵਾਲੇ ਨਾ ਹੋਣ। ਐਸੇ ਸੂਰਮੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਤਾ ਜੀ ਅਸੀਂ ਭਰਤੀ ਕਰਨੇ ਹਾਂ। ਅਪਰ ਉਪਾਇਨ ਕੇ ਅੰਬਾਰ। ਹੋਰ ਵੀ ਸ਼ਸਤਰ, ਘੋੜੇ ਆਦਿਕ ਤੇ ਹੋਰ ਵੀ ਬੇਅੰਤ ਭੇਟਾਵਾਂ ਦੇ ਮਾਤਾ ਜੀ ਢੇਰ ਹੀ ਲੱਗ ਗਏ ਨੇ ਸਤਿਗੁਰਾਂ ਦੇ ਪਾਵਨ ਦਰ ਤੇ। ਸਿੱਖਨ ਅਰਪੀ ਸ਼ਰਧਾ ਧਾਰ। ਬਹੁਤ ਜ਼ਿਆਦਾ ਸਿੱਖਾਂ ਨੇ ਆਪਣੀ ਸ਼ਰਧਾ ਭਾਵਨਾ ਦੇ ਸਹਿਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਘਰ ਜਾਣਦਿਆਂ ਹੋਇਆਂ ਬੜੀਆਂ ਕੀਮਤੀ ਭੇਟਾਵਾਂ ਸੰਗਤ ਨੇ ਅਰਪਣ ਕੀਤੀਆਂ ਹਨ। ਸ਼੍ਰੀ ਨਾਨਕ ਸਿੱਖੀ ਬਿਦਤਾਈ। ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾ ਕੀਤੀ ਹੈ। ਆਪਣੀ ਸਿੱਖੀ ਜਿਹੜੀ ਉਹ ਥਾਵਾਂ ਥਾਵਾਂ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਗਟ ਕੀਤੀ ਹੈ। ਦੇਸ਼ ਵਿਦੇਸ਼ਨ ਅਵਨੀ ਛਾਈ। ਅਤੇ ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਜਿੱਥੇ ਵੀ ਧਰਤੀ ਹੈ ਨਾ ਉੱਥੇ ਉੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਮਾਤਾ ਜੀ ਵਸਦੀਆਂ ਹਨ। ਸੁਨ ਮਾਤਾ ਸੁਖ ਪਾਏ ਕਨੇਰਾ। ਇਹ ਬਚਨ ਸੁਣ ਸੁਣ ਕੇ ਨਾ ਮਾਤਾ ਗੰਗਾ ਜੀ ਬੜੇ ਸੁਖ ਦੇ ਸਹਿਤ ਨੇ, ਬੜਾ ਆਨੰਦ ਲੈ ਰਹੇ ਨੇ। ਮਾਨੋ ਖੁਸ਼ੀ ਦੀ ਕੋਈ ਹੱਦ ਹੀ ਨਹੀਂ ਹੈ। ਗੁਰਤਾ ਭਾਰ ਉਚਿਤ ਸੁਤ ਮੇਰਾ। ਮਾਤਾ ਜੀ ਸਤਿਗੁਰਾਂ, ਵੱਡੇ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਨੇ ਕਿ ਸਾਡੇ ਪੁੱਤਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਭਾਰ ਦੇ ਯੋਗ ਹੋ ਗਏ ਹਨ। ਦੋਏ ਸ਼ਮਸ਼ੇਰ ਗਰੇ ਸ਼ਮਸ਼ੇਰ। ਸਤਿਗੁਰੂ ਜੀ
ਦੋ ਤਲਵਾਰਾਂ ਪਹਿਨ ਕਰਕੇ ਸੂਰਮਿਆਂ ਦੀ ਤਰ੍ਹਾਂ ਜਦੋਂ ਦਰਸ਼ਨ ਦੇ ਰਹੇ ਨੇ ਨਾ ਸੰਗਤਾਂ ਨੂੰ, ਤੇ ਸੰਗਤਾਂ ਦਰਸ਼ਨ ਕਰ ਕਰਕੇ ਬੜਾ ਵੱਡਾ ਭਾਰੀ ਆਨੰਦ ਪ੍ਰਾਪਤ ਕਰਦੀਆਂ ਹਨ। ਕਾਟ ਨਿਖੰਗ ਕਰ ਮਹਿ ਤਨ ਹੀਰ। ਮਾਤਾ ਜੀ ਦਰਸ਼ਨ ਕਰ ਰਹੇ ਨੇ ਕਿ ਦੋ ਤਲਵਾਰਾਂ ਪਹਿਨੀਆਂ ਹੋਈਆਂ ਨੇ ਤੇ ਨਾਲ ਆਪਣੇ ਕਮਰ ਕੱਸੇ ਦੇ ਨਾਲ ਤੀਰਾਂ ਦਾ ਪੱਥਾ, ਤੀਰ ਕਮਾਨ ਆਪਣੇ ਤਨ ਦੇ ਉੱਪਰ ਸਜਾਇਆ ਹੋਇਆ ਹੈ। ਸ਼ਸਤਰਨ ਸਹਿਤ ਡੀਲ ਬਰ ਬੰਕਾ। ਕਵੀ ਜੀ ਕਹਿੰਦੇ ਜਿੱਥੇ ਸ਼ਸਤਰ ਸਤਿਗੁਰਾਂ ਦੇ ਸਰੀਰ ਤੇ ਸ਼ੋਭਾ ਪਾ ਰਹੇ ਨੇ ਤੇ ਸੁੰਦਰ ਜਿਹੜਾ ਸਰੀਰ ਹੈ ਉਹ ਵੀ ਬਹੁਤ ਜ਼ਿਆਦਾ ਸ਼ੋਭ ਰਿਹਾ ਹੈ। ਸੰਗਤਾਂ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ। ਸੁਖਦ ਸੇਵਕਨ ਰਿਪੁਨ ਅਤੰਕਾ। ਇਹ ਜਿਹੜਾ ਸਰੂਪ ਹੈ ਨਾ ਸਤਿਗੁਰਾਂ ਦੇ ਸ਼ਸਤਰ ਧਾਰਨ ਕਰਕੇ ਜਿਵੇਂ ਸਤਿਗੁਰੂ ਦਰਸ਼ਨ ਦੇ ਰਹੇ ਨੇ, ਇਸ ਪਾਵਨ ਸਰੂਪ ਦਾ ਦਰਸ਼ਨ ਜਦੋਂ ਗੁਰੂ ਕੇ ਸਿੱਖ ਕਰਦੇ ਨੇ ਤੇ ਉਹਨਾਂ ਨੂੰ ਆਨੰਦ ਮਿਲ ਰਿਹਾ, ਤੇ ਜਿਹੜੇ ਗੁਰੂ ਘਰ ਦੇ ਵੈਰੀ ਨੇ ਉਹ ਜਦੋਂ ਦਰਸ਼ਨ ਕਰਦੇ ਨੇ ਤੇ ਉਹ ਤਾਂ ਇਉਂ ਮਾਨੋ ਜਿਵੇਂ ਨਾਸ ਹੀ ਹੁੰਦੇ ਜਾ ਰਹੇ ਨੇ, ਜਿਵੇਂ ਉਹਨਾਂ ਦਾ ਅੰਤ ਹੀ ਹੁੰਦਾ ਜਾ ਰਿਹਾ ਹੈ। ਨਿਕਟ ਮਾਤ ਕੇ ਕੇਤਿਕ ਕਾਲਾ। ਕੁਝ ਸਮਾਂ ਫਿਰ ਇਸ ਤਰ੍ਹਾਂ ਮਾਤਾ ਗੰਗਾ ਜੀ ਦੇ ਨਾਲ ਸਤਿਗੁਰੂ ਜੀ ਬਚਨ ਬਿਲਾਸ ਕਰਦੇ ਰਹੇ ਹਨ। ਨਮੋ ਕਰੀ ਉਠਿਆਏ ਕਿਰਪਾਲਾ। ਫਿਰ ਮਾਤਾ ਜੀ ਨੂੰ ਨਮਸਕਾਰ ਕਰਕੇ ਸਤਿਗੁਰੂ ਜੀ ਉਸ ਮੂੜੇ ਤੋਂ ਉੱਠੇ ਹਨ। ਨਿਜ ਬੈਠਿਕ ਮੈਂ ਥਿਰੇ ਪ੍ਰਿਯੰਕਾ। ਫਿਰ ਸਤਿਗੁਰੂ ਗਰੀਬ ਨਵਾਜ ਜਿੱਥੇ ਆਪਣਾ ਆਸਣ ਸਜਿਆ ਸੀ ਨਾ, ਆਸਣ ਤੇ ਜਾ ਕਰਕੇ ਪਲੰਘੇ ਤੇ ਜਾ ਕਰਕੇ ਬਿਰਾਜਮਾਨ ਹੋ ਗਏ। ਸ਼ਸਤਰ ਉਤਾਰ ਗੁਰੂ ਅਕਲੰਕਾ। ਤੇ ਜਦੋਂ ਸਤਿਗੁਰੂ ਰਾਮ ਫਰਮਾਉਣ ਲੱਗੇ ਨੇ ਤੇ ਸਾਹਿਬ ਜੀਆਂ ਨੇ ਆਪਣੇ ਤਨ ਦੇ ਉੱਪਰ ਧਾਰਨ ਕੀਤੇ ਹੋਏ ਸ਼ਸਤਰਾਂ ਨੂੰ ਬੜੇ ਅਦਬ ਸਤਿਕਾਰ ਦੇ ਸਹਿਤ ਲਾ ਕਰਕੇ ਰੱਖ ਦੇਣਾ ਕੀਤਾ ਹੈ ਪਾਸੇ। ਦੋਏ ਕਟਕਾ ਲਗ ਸੁਖ ਮਹਿ ਆਏ। ਦੋ ਘੜੀਆਂ ਸਤਿਗੁਰਾਂ ਨੇ ਪਲੰਘੇ ਦੇ ਉੱਪਰ ਬਿਰਾਜਮਾਨ ਹੋ ਕਰਕੇ ਰਾਮ ਫਰਮਾਉਣਾ ਕੀਤਾ। ਬੋਰ ਉਠੇ ਲੋਚਨ ਬਿਕਸਾਏ। ਫਿਰ ਸਤਿਗੁਰੂ ਦੋ ਘੜੀਆਂ ਦਾ ਰਾਮ ਫਰਮਾ ਕਰਕੇ ਗਰੀਬ ਨਵਾਜ ਆਪਣੇ ਪਲੰਘੇ ਤੋਂ ਆਪਣੇ ਆਸਣ ਤੋਂ ਪਾਤਸ਼ਾਹ ਜੀ ਉੱਠੇ ਹਨ। ਚੜ ਤੋ ਰੰਗ ਪਰ ਬਾਹਰ ਜੋਵੈ। ਸਤਿਗੁਰਾਂ ਨੇ ਆਪਣੇ ਕਰ ਕਮ ਨੇਤਰ ਜਦੋਂ ਪ੍ਰਕਾਸ਼ ਕੀਤੇ ਤੇ ਜਲ ਪਾਣੀ ਛਕ ਕਰਕੇ ਗਰੀਬ ਨਵਾਜ ਪਾਤਸ਼ਾਹ ਫਿਰ ਘੋੜੇ ਤੇ ਸਵਾਰੀ ਕਰਕੇ ਸਤਿਗੁਰੂ ਜੀ ਬਾਹਰ ਜੀਵਾਂ ਦਾ ਉਧਾਰ ਕਰਨ ਵਾਸਤੇ ਚੱਲ ਪਏ। ਕਰੇ ਅਖੀਰ ਬ੍ਰਿਤ ਕੀ ਲੀਲਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜਿੱਥੇ ਜੀਵਾਂ ਦਾ ਸ਼ਿਕਾਰ ਕਰਦੇ ਆ, ਜੀਵਾਂ ਦਾ ਉਧਾਰ ਕਰਕੇ ਇਹ ਮਹਾਨ ਕੌਤਕ ਸਤਿਗੁਰੂ ਜੀ ਕਿਰਪਾ ਕਰਕੇ ਰਚ ਰਹੇ ਹਨ। ਧਰੇ ਸ਼ਸਤਰ ਕਰ ਅੰਗ ਸ਼ਬੀਲਾ। ਤੇ ਕਵੀ ਜੀ ਕਹਿੰਦੇ ਉਹ ਸਮੇਂ ਦੀ ਕੀ ਸ਼ੋਭਾ ਕਰਾਂ ਕਿ ਸਤਿਗੁਰਾਂ ਨੇ ਤਨ ਦੇ ਉੱਤੇ ਸ਼ਸਤਰ ਧਾਰਨ ਕੀਤੇ ਨੇ। ਬੜਾ ਸੁੰਦਰ ਸਰੂਪ ਸਤਿਗੁਰਾਂ ਦਾ, ਬੜਾ ਸੋਹਣਾ ਸੁੰਦਰ ਤਨ ਹੈ ਜਿਸ ਨੂੰ ਦੇਖ ਦੇਖ ਕਰਕੇ ਆਨੰਦ ਮਿਲਦਾ ਹੈ, ਸ਼ਾਂਤੀ ਮਿਲਦੀ ਹੈ। ਆਏ ਅਕਾਲ ਤਖਤ ਪਰ ਸੋ ਹੈ। ਇਸ ਤਰ੍ਹਾਂ ਬਾਹਰੋਂ ਸਤਿਗੁਰੂ ਜੀ ਜੀਵਾਂ ਦਾ ਉਧਾਰ ਕਰਦਿਆਂ ਤੇ ਪਾਤਸ਼ਾਹ ਜੀ ਬਾਹਰ ਜਦੋਂ ਸ਼ਾਮ ਦਾ ਸਮਾਂ ਹੋਇਆ, ਦਿਨ ਦਾ ਪਿਛਲਾ ਪਹਿਰ ਹੋਇਆ, ਤੇ ਫਿਰ ਸਤਿਗੁਰੂ ਜੀ ਚੱਲ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਆਣ ਬਰਾਜੇ ਹਨ। ਲਗੇ ਦੀਵਾਨ ਪਿਖੇ ਮਨ ਮੋਹੈ। ਇੱਥੇ ਫਿਰ ਸ਼ਾਮ ਦੇ ਪਹਿਰ ਦੇ ਸੁੰਦਰ ਜਿਹੜੇ ਦੀਵਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੁੰਦਰ ਦੀਵਾਨ ਸਜ ਗਏ ਹਨ। ਸੋਦਰ ਚੌਂਕੀ ਸ਼ਬਦ ਸੁਨੰਤੇ। ਅਤੇ ਸੋਦਰ ਚੌਂਕੀ ਦਾ ਜਿਹੜਾ ਬਾਣੀ ਦਾ ਜਾਪ ਹੈ ਉਹ ਸੁਣਨਾ ਕੀਤਾ ਹੈ ਸਤਿਗੁਰਾਂ ਨੇ। ਸੰਗਤ ਆਏ ਰੂਪ ਦਰਸੰਤੇ। ਬੇਅੰਤ ਸੰਗਤਾਂ ਆਣ ਕਰਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀਆਂ ਦੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਆਣ ਕਰਕੇ ਦਰਸ਼ਨ ਕਰਦੀਆਂ ਹਨ। ਬੋਰ ਜਾਏ ਨਿਜ ਮਹਿਲ ਮਝਾਰਾ। ਫਿਰ ਜਦੋਂ ਸਤਿਗੁਰਾਂ ਨੇ ਰਾਤ ਦਾ ਸਮਾਂ ਹੋਇਆ, ਦੀਵਾਨਾਂ ਦੀ ਸਮਾਪਤੀ ਕੀਤੀ ਤੇ ਸਤਿਗੁਰੂ ਪਾਤਸ਼ਾਹ ਜੀ ਚੱਲ ਕਰਕੇ ਆਪਣੇ ਮਹਿਲਾਂ ਵੱਲ ਨੂੰ ਚਲੇ ਗਏ। ਆਪਣੇ ਪਾਵਨ ਸਥਾਨ ਜਿਹੜਾ ਜਿੱਥੇ ਜਾ ਕਰਕੇ ਸਤਿਗੁਰੂ ਜੀ ਰਾਤ ਨੂੰ ਆਰਾਮ ਫਰਮਾਉਂਦੇ ਨੇ, ਉਸ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਉਸ ਪਾਸੇ ਨੂੰ ਚੱਲ ਪਏ। ਅਨੇਕ ਸਵਾਦ ਕੇ ਅਚੇ ਆਹਾਰਾ। ਜਾ ਕਰਕੇ ਸਤਿਗੁਰਾਂ ਨੇ ਜਿਹੜਾ ਸਵਾਦੀ ਭੋਜਨ ਹੈ ਉਹ ਗਰੀਬ ਨਵਾਜ ਪਾਤਸ਼ਾਹ ਜੀਆਂ ਨੇ ਛਕਣਾ ਕੀਤਾ ਹੈ। ਜਾਮ ਗਏ ਜਾਮਨ ਸੁਪਤਾਵੈ। ਜਦੋਂ ਪੈਰ ਇੱਕ ਰਾਤ ਚਲੀ ਗਈ ਤੇ ਮੇਰੇ ਪਾਤਸ਼ਾਹ ਜੀ ਪਲੰਘੇ ਦੇ ਉੱਪਰ ਲੇਟ ਗਏ ਨੇ ਆਰਾਮ ਫਰਮਾਉਣ ਦੇ ਵਾਸਤੇ। ਰਹੇ ਜਾਮ ਉਠ ਸੋਚ ਨਹਾਵੈ। ਪੈਰ ਰਾਤ ਰਹਿੰਦਿਆਂ ਸਤਿਗੁਰੂ ਆਪਣਾ ਪਲੰਘਾ ਆਪਣਾ ਆਸਣ ਛੱਡ ਦਿੰਦੇ ਨੇ
ਤੇ ਸਾਸਨ ਨੂੰ ਛੱਡ ਕਰਕੇ ਅੰਮ੍ਰਿਤ ਵੇਲਾ ਜਾਣਦਿਆਂ ਇਸ਼ਨਾਨ ਪਾਨ ਕਰਦੇ ਹਨ। ਇਸ ਬਿਦ ਕਰ ਹੈ ਨਿਤ ਵਿਵਹਾਰੂ। ਇਸ ਪ੍ਰਕਾਰ ਸਤਿਗੁਰਾਂ ਦੀ ਇਹ ਹਰ ਰੋਜ਼ ਦੀ ਮਰਿਆਦਾ ਹੈ ਕਿ ਪਹਿਰ ਰਾਤ ਗਿਆਨ ਸਤਿਗੁਰੂ ਜੀ ਰਾਮ ਫਰਮਾਉਂਦੇ ਨੇ ਤੇ ਪਹਿਰ ਰਾਤ ਰਹਿੰਦੇ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਆਸਣ ਤੋਂ ਉੱਠ ਪੈਣਾ ਕਰਦੇ ਨੇ। ਇਸ਼ਨਾਨ ਪਾਣੀ ਕਰਕੇ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਸੁਰਤ ਉਹਦੇ ਚਰਨਾਂ ਦੇ ਵਿੱਚ ਸੁਰਤ ਜੋੜ ਕਰਕੇ ਬਿਰਾਜਦੇ ਹਨ। ਦਿਨ ਪ੍ਰਤ ਬਲੀ ਹੋਤ ਦੁਤ ਚਾਰੂ। ਆਤੇ ਦਿਨ ਪਰ ਦਿਨ ਜਿਹੜਾ ਸਤਿਗੁਰਾਂ ਦਾ ਸਰੀਰ ਹੈ ਵੱਡੇ ਭਾਰੇ ਬਲ ਦੇ ਸਹਿਤ ਹੁੰਦਾ ਜਾ ਰਿਹਾ ਹੈ, ਬੜਾ ਸੋਭਾ ਪਾ ਰਿਹਾ ਹੈ। ਮਾਝੇ ਦੁਆਬੇ ਦੇਸ਼ ਮਝਾਰੀ। ਇੱਧਰ ਕਵੀ ਜੀ ਕਹਿੰਦੇ ਮਾਝੇ ਤੇ ਦੁਆਬੇ ਇਸ ਇਲਾਕੇ ਦੇ ਵਿੱਚੋਂ ਨਾ ਇਹਨਾਂ ਦੋਵਾਂ ਪਾਸਿਆਂ ਤੋਂ ਸੁਧ ਪਸਰੀ ਸਤਿਗੁਰ ਕੀ ਸਾਰੀ। ਤੇ ਦੋਨਾਂ ਹੀ ਪਾਸਿਆਂ 'ਚ ਮਾਝੇ ਅਤੇ ਦੁਆਬੇ ਦੇ ਵਿੱਚ ਇਹ ਖਬਰ ਫੈਲ ਗਈ ਕਿ ਸਤਿਗੁਰਾਂ ਨੇ ਆਪਣਾ ਤਖਤ ਜਿਹੜਾ ਹੈ ਉਹ ਸਾਜਨਾ ਕੀਤਾ ਅਤੇ ਉਸ ਤਖਤ ਤੇ ਬਿਰਾਜਮਾਨ ਹੋ ਕਰਕੇ ਕਿਹਾ ਹੈ ਵੀ ਅਸੀਂ ਸੂਰਮਿਆਂ ਦੀ ਸੈਨਾ ਬਣਾਉਣੀ ਹੈ। ਸੂਰਮੇ ਜਿਹੜੇ ਆਪਣੀ ਸੈਨਾ ਦੇ ਵਿੱਚ ਭਰਤੀ ਕਰਨੇ ਨੇ ਉਹਨਾਂ ਨੂੰ ਗੁਰੂ ਕੇ ਖਜ਼ਾਨੇ ਦੇ ਵਿੱਚੋਂ ਤਨਖਾਹਾਂ ਵੀ ਦਿੱਤੀਆਂ ਜਾਣਗੀਆਂ। ਸੋ ਇਹ ਸਾਰੀ ਖਬਰ ਮਾਝੇ ਅਤੇ ਦੁਆਬੇ ਦੇ ਵਿੱਚ ਫੈਲ ਗਈ ਹੈ। ਭਏ ਸ਼ਸਤਰ ਧਾਰੀ ਬਲ ਭਾਰੀ। ਕਿ ਸਤਿਗੁਰੂ ਜੀ ਤਖਤ ਸਾਹਿਬ ਤੇ ਬਿਰਾਜਮਾਨ ਹੋਏ ਨੇ ਸ਼ਸਤਰਾਂ ਦੇ ਸਹਿਤ ਹੋ ਕਰਕੇ ਤੇ ਦਰਸ਼ਨ ਦੀਦਾਰ ਸੰਗਤਾਂ ਦੇ ਵਿੱਚ ਦੇ ਰਹੇ ਹਨ। ਸੈਨ ਸਕੇਲਨ ਕਰਤ ਉਚਾਰੀ। ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਬਿਰਾਜਮਾਨ ਹੋ ਕਰਕੇ ਬਚਨ ਕੀਤਾ ਹੈ ਵੀ ਅਸੀਂ ਵੱਡੀ ਭਾਰੀ ਜਿਹੜੀ ਸੈਨਾ ਹੈ ਗੁਰੂ ਘਰ ਦੇ ਵਿੱਚ ਉਹ ਸੈਨਾ ਨੂੰ ਭਰਤੀ ਕਰਾਂਗੇ। ਸੁਨ ਦੋਨੋਂ ਦੇਸ਼ਨ ਕੇ ਜੋਧਾ। ਇਹਨਾਂ ਦੋਵਾਂ ਹੀ ਦੇਸ਼ਾਂ ਮਾਝੇ ਅਤੇ ਦੁਆਬੇ ਦੋਵਾਂ ਦੇਸ਼ਾਂ ਦੇ ਯੋਧਿਆਂ ਨੇ ਜਦੋਂ ਸੁਣਿਆ ਲਰੇ ਮਰੇ ਮਾਰੇ ਧਰ ਕਰੋਧਾ। ਉਹਨਾਂ ਦੇ ਹਿਰਦਿਆਂ ਦੇ ਅੰਦਰ ਵੀਰ ਰਸ ਜਾਗਿਆ ਤੇ ਵੀਰ ਰਸ ਜਦੋਂ ਜਾਗਿਆ ਹੈ ਕਿ ਸਤਿਗੁਰਾਂ ਦੇ ਚਰਨਾਂ 'ਚ ਜਾ ਕਰਕੇ ਸੇਵਾ ਕਰਨੀ ਚਾਹੀਦੀ ਹੈ, ਸਤਿਗੁਰੂ ਦੀ ਹਾਜ਼ਰੀ ਦੇ ਵਿੱਚ ਜਾ ਕਰਕੇ ਭਰਤੀ ਹੋ ਜਾਣਾ ਕਰੀਏ। ਇਕੱਠੇ ਹੋਏ 400 ਸੂਰ। ਅਤੇ ਕਵੀ ਜੀ ਕਹਿੰਦੇ 400 ਦੇ ਕਰੀਬ ਸੂਰਮੇ ਮਾਝੇ ਅਤੇ ਦੁਆਬੇ ਦੇ ਵਿੱਚੋਂ ਇਕੱਠੇ ਹੋ ਕਰਕੇ ਹੇਤ ਜੀਵਕਾ ਆਏ ਹਦੂਰ। ਉਹ ਆਪਣੀਆਂ ਨੌਕਰੀਆਂ ਲੈਣ ਵਾਸਤੇ ਕਿ ਮਹਾਰਾਜ ਤੁਹਾਡੇ ਘਰ ਦੀ ਸੇਵਾ ਕਰਾਂਗੇ, ਤੁਸੀਂ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਆਪਣੇ ਸਿਪਾਹੀ ਬਣਾ ਲੈਣਾ ਕਰੋ। ਤੇ ਹਜੂਰ ਦੀ ਹਾਜ਼ਰੀ ਦੇ ਵਿੱਚ ਆ ਗਏ ਹਨ। ਤੇਰੇ ਤਖਤ ਪਰ ਸਤਿਗੁਰ ਹੀਰੇ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਖਤ ਸਾਹਿਬ ਤੇ ਬਿਰਾਜਮਾਨ ਨੇ ਤੇ ਇਹਨਾਂ ਸੂਰਮਿਆਂ ਨੇ ਆਣ ਕਰਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਹਨ। ਸਭ ਹਿਨ ਬੰਧਨ ਕਰ ਤਿਸ ਬੇਰੇ। ਤੇ ਸਤਿਗੁਰਾਂ ਦੇ ਚਰਨਾਂ 'ਚ ਦੂਰੋਂ ਹੀ ਨਮਸਕਾਰਾਂ ਕਰਕੇ ਨਾ ਬੰਦਨਾ ਕਰਕੇ ਬੈਠੇ ਨਹੀਂ ਖਰੇ ਸਭ ਰਹੇ। ਇਹਨਾਂ ਨੇ ਬੈਠਣਾ ਯੋਗ ਨਹੀਂ ਸਮਝਿਆ, ਖਲੋਤੇ ਹੋਏ ਨੇ ਸਤਿਗੁਰਾਂ ਦੇ ਅੱਗੇ ਆਪਣੇ ਦੋਵੇਂ ਹੱਥ ਜੋੜ ਕਰਕੇ ਸੂਰਮੇ ਖੜ ਗਏ ਹਨ। ਬਿਕ ਸ਼੍ਰੀ ਹਰ ਗੋਬਿੰਦ ਬਚ ਕਹੇ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹਨਾਂ ਸੂਰਮਿਆਂ ਨੂੰ ਵੇਖ ਕਰਕੇ ਮੇਰੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਬਚਨ ਕਰਦੇ ਹਨ। ਆਹ ਕੋਨ ਇਨ ਬੂਜਨ ਕਰੋ। ਸਤਿਗੁਰੂ ਜੀ ਕਹਿੰਦੇ ਭਾਈ ਗੁਰਸਿੱਖੋ ਇਹਨਾਂ ਨੂੰ ਪੁੱਛਣਾ ਕਰੋ ਇਹ ਕੌਣ ਨੇ, ਕਿੱਥੋਂ ਆਏ ਨੇ, ਕਿਸ ਕਾਰਜ ਲਈ ਆਏ ਹਨ। ਠਾਂਡੇ ਕੋਨ ਮਨੋਰਥ ਧਰੋ। ਇਹ ਕਿਹੜੀ ਗੱਲੋਂ ਹੱਥ ਜੋੜ ਕਰਕੇ ਖਲੋਤੇ ਨੇ, ਇਹਨਾਂ ਨੂੰ ਕਹੋ ਕਿ ਆਪਣਾ ਮਨੋਰਥ ਜੋ ਆਪਣੀ ਇੱਛਾ ਹੈ ਉਹ ਗੁਰੂ ਘਰ ਦੇ ਵਿੱਚ ਦੱਸਣਾ ਕਰੋ। ਜਾਏ ਮੇਵਰੇ ਬੂਜਨ ਕੀਨੇ। ਜਾ ਕਰਕੇ ਜਦੋਂ ਸੇਵਕ ਨੇ ਗੁਰੂ ਕੇ ਸਿੱਖ ਨੇ ਪੁੱਛਣਾ ਕੀਤਾ ਹੈ ਕੋਨ ਦੇਸ਼ ਤੇ ਆਏ ਨਵੀਨੇ। ਕਹਿਣ ਲੱਗੇ ਭਾਈ ਕਿਹੜਾ ਤੁਹਾਡਾ ਦੇਸ਼ ਹੈ, ਕਿਹੜਾ ਤੁਹਾਡਾ ਇਲਾਕਾ, ਕਿੱਥੋਂ ਚੱਲ ਕਰਕੇ ਨਵੇਂ ਹੀ ਆਏ ਹੋ। ਠਾਂਡੇ ਰਹੇ ਕਹੋ ਨਿਜ ਕਾਜਾ। ਕਿਵੇਂ ਹੱਥ ਜੋੜ ਕਰਕੇ ਸਤਿਗੁਰਾਂ ਦੀ ਹਜ਼ੂਰੀ 'ਚ ਖੜੇ ਹੋ, ਸਾਨੂੰ ਦੱਸਣਾ ਕਰੋ ਤੁਹਾਡਾ ਮਨੋਰਥ ਕੀ ਹੈ। ਪੂਛਤ ਆਪ ਗਰੀਬ ਨਿਵਾਜਾ। ਹੁਣ ਭਾਈ ਜੇ ਕੋਈ ਤੁਹਾਡਾ ਮਨੋਰਥ ਹੈ ਤੇ ਦੱਸ ਦੇਣਾ ਕਰੋ। ਹੁਣ ਤਾਂ ਇਹ ਆਪ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪੁੱਛ ਰਹੇ ਹਨ। ਹਾਥ ਜੋਰ ਕਰ ਦੀਨ ਸੁਨਾਏ। ਉਹਨਾਂ ਸਾਰੇ ਸੂਰਮਿਆਂ ਨੇ ਹੱਥ ਬੰਨ੍ਹ ਕਰਕੇ ਤੇ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਬੇਨਤੀ ਕਰ ਦਿੱਤੀ। ਹੇਤ ਜੀਵਕਾ ਹਮ ਚੱਲ ਆਏ। ਸਾਨੂੰ ਮਹਾਰਾਜ ਤੁਹਾਡੇ ਹੁਕਮ ਦਾ ਪਤਾ ਚੱਲਿਆ ਹੈ ਕਿ ਤੁਸੀਂ ਸੂਰਮਿਆਂ ਦੀ ਭਰਤੀ ਕਰਨੀ ਹੈ ਤੇ ਅਸੀਂ ਮਹਾਰਾਜ ਆਪਣੀ ਜੀਵਕਾ ਲੈਣ ਵਾਸਤੇ ਕਿ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਵੀ ਹੋ ਜਾਈਏ
ਤੇ ਨਾਲ ਮਹਾਰਾਜ ਕੋਈ ਸਾਨੂੰ ਰੋਜੀ ਰੋਟੀ ਦਾ ਸਾਧਨ ਬਣ ਜਾਵੇ। ਇਸ ਕਾਰਜ ਕਰਕੇ ਮਹਾਰਾਜ ਤੁਹਾਡੇ ਕੋਲ ਅਸੀਂ ਆਏ ਖਾਂ। ਦੋਨੋਂ ਦੇਸ਼ਨ ਕੇ ਹਮ ਵਾਸੀ, ਮਾਝੇ ਅਤੇ ਦੁਆਬੇ ਇਹਨਾਂ ਦੋ ਦੇਸ਼ਾਂ ਦੇ ਅਸੀਂ ਰਹਿਣ ਵਾਲੇ ਖਾਂ। ਚਾਹਤ ਹਿਰਦੇ ਰਹਿਣ ਗੁਰ ਪਾਸੀ, ਸਾਡੇ ਮਨ ਦੀ ਇੱਛਾ ਗਰੀਬ ਨਵਾਜ, ਤੁਸੀਂ ਕਿਰਪਾ ਕਰਕੇ ਸਾਨੂੰ ਆਪਣੀ ਹਜ਼ੂਰੀ ਦੇ ਅੰਦਰ ਹੀ ਰੱਖ ਲੈਣਾ ਕਰੋ। ਆਨ ਹਜੂਰ ਕਰੀ ਅਰਦਾਸ, ਇਹ ਸਾਰਾ ਕੁਝ ਸੁਣ ਕਰਕੇ ਤੇ ਸੇਵਕ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ ਹੈ। ਬਿਤ ਹਿਤ ਚਹਿਤ ਰਹਿਤ ਤੁਮ ਪਾਸ, ਇਹ ਮਹਾਰਾਜ ਜਿਹੜੇ ਮਾਝੇ ਤੇ ਦੁਆਬੇ ਦੇ ਸਿੱਖ ਸੀ ਨਾ, ਉਹ ਚੱਲ ਕਰਕੇ ਸੂਰਮੇ ਆਏ ਨੇ ਤੇ ਉਹ ਚਾਹੁੰਦੇ ਨੇ ਕਿ ਤੁਸੀਂ ਕਿਰਪਾ ਕਰਕੇ ਸਾਨੂੰ ਆਪਣੇ ਨੌਕਰ ਰੱਖ ਲਓ, ਅਸੀਂ ਸੂਰਮਿਆਂ ਦੀ ਸੈਨਾ ਵਿੱਚ ਭਰਤੀ ਹੋਣਾ ਹੈ। ਤਬ ਸਤਿਗੁਰ ਨੇ ਸਭ ਬਿਦ ਜਾਨੀ, ਇਹ ਸਾਰੀ ਉਹਨਾਂ ਦੇ ਮਨ ਦੀ ਵਿਥਿਆ ਗਰੀਬ ਨਵਾਜ ਪਾਤਸ਼ਾਹ ਜੀਆਂ ਨੇ ਤਦੋਂ ਜਾਣਨਾ ਕਰਕੇ ਕਰਿਓ ਹੁਕਮ ਸਭ ਹਿਨ ਲਿਓ ਰਾਖ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਗੁਰੂ ਘਰ ਦੇ ਵਿੱਚ ਆਸ ਲੈ ਕਰਕੇ ਆਏ ਨੇ ਨਾ, ਤੇ ਉਹਨਾਂ ਸਾਰੇ ਇਹਨਾਂ ਸੂਰਮਿਆਂ ਨੂੰ ਕਹਿ ਦੇਣਾ ਕਰੋ, ਸਾਡੇ ਵੱਲੋਂ ਇਹ ਬਚਨ ਕਰੋ ਭਾਈ ਜੀ ਆਇਆਂ ਨੂੰ। ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਦਰ ਐਸਾ ਹੈ। ਤੇ ਸਤਿਗੁਰੂ ਜੀ ਤਾਂ ਬਚਨ ਕਰਦੇ ਨੇ, ਸਤਿਗੁਰੂ ਨੂੰ ਜਿਹਾ ਕੋ ਦੇਖਦਾ ਤੇਹਾ ਕੋ ਫਲ ਪਾਏ। ਇਸ ਘਰ ਦੇ ਵਿੱਚ ਸਾਡੀ ਸ਼ਰਧਾ ਭਾਵਨਾ ਦੇ ਵਿੱਚ ਫਰਕ ਹੋ ਸਕਦਾ, ਪਰ ਇਹ ਦਰ ਏਡਾ ਵੱਡਾ ਹੈ ਕਿ ਇਸ ਦਰ ਤੋਂ ਕਦੇ ਕੋਈ ਖਾਲੀ ਨਹੀਂ ਮੁੜਦਾ। ਭਾਵੇਂ ਕੋਈ ਵੀ ਚੱਲ ਕਰਕੇ ਆ ਜਾਵੇ, ਜਿਨੇ ਇਸ ਦਰ ਤੇ ਆਣ ਕੇ ਆਪਣਾ ਸੀਸ ਨਵਾ ਦਿੱਤਾ ਉਹ ਕਦੇ ਖਾਲੀ ਵਾਪਸ ਨਹੀਂ ਪਰਤਦਾ। ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਇਹਨਾਂ ਦੀ ਫਰਿਆਦ ਸੁਣ ਕੇ, ਇਹਨਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਕਹਿੰਦੇ ਭਾਈ ਜੇ ਚੱਲ ਕਰਕੇ ਸੂਰਮੇ ਆਏ ਨੇ ਤੇ ਇਹਨਾਂ ਨੂੰ ਕਹੋ ਜੀ ਆਇਆ, ਇਹਨਾਂ ਨੂੰ ਆਪਣੀ ਫੌਜ ਦੇ ਵਿੱਚ ਆਪਾਂ ਭਰਤੀ ਕਰ ਲਵਾਂਗੇ। ਦੀਗ ਬਿਖੈ ਦੇਹੁ ਭੋਜਨ ਭਾਖ, ਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਕਹਿਣਾ ਕਰੋ ਵੀ ਗੁਰੂ ਕੇ ਲੰਗਰ ਦੇ ਵਿੱਚ ਜਾ ਕਰਕੇ ਪ੍ਰਸ਼ਾਦਾ ਪਾਣੀ ਛਕੋ। ਸੋ ਉਥੋਂ ਪ੍ਰਸ਼ਾਦਾ ਪਾਣੀ ਛਕ ਕਰਕੇ ਨਿਹਾਲ ਹੋਣਾ ਕਰੋ। ਨਿਕਟ ਬੁਲਾਏ ਬਲੋਕਨ ਕਰੇ, ਫਿਰ ਜਦੋਂ ਪ੍ਰਸ਼ਾਦਾ ਪਾਣੀ ਇਹਨਾਂ ਸੂਰਮਿਆਂ ਨੇ ਛਕ ਲੈਣਾ ਕੀਤਾ ਤੇ ਫਿਰ ਸਤਿਗੁਰੂ ਜੀ ਕਹਿੰਦੇ ਹੁਣ ਇਹਨਾਂ ਜਿਹੜੇ ਸੂਰਮੇ ਆਏ ਨੇ ਸਾਡੇ ਪਾਸ ਲੈ ਆਓ। ਨਹੀਂ ਬੈਸ ਸਭ ਕੀ ਬਲ ਭਰੇ, ਅਤੇ ਜਦੋਂ ਸਤਿਗੁਰੂ ਜੀ ਇਹਨਾਂ ਸਾਰੇ ਸੂਰਮਿਆਂ ਦੀ ਫੌਜ ਵੱਲ ਤੱਕਦੇ ਆ ਵੀ ਚੜ੍ਹਦੀ ਜਵਾਨੀ ਹਜੇ ਨੌਜਵਾਨ ਸਾਰੇ ਸੂਰਮੇ ਖਾਨ, ਕਿਸ ਕੇ ਸ਼ਮਸ਼ ਅਲਪ ਹੀ ਆਈ, ਕਿਸੇ ਦੇ ਮੁਖ ਦੇ ਉੱਤੇ ਥੋੜਾ ਥੋੜਾ ਦਾੜਾ ਜਿਹੜਾ ਉਤਰਿਆ ਹੈ, ਕਿਸੇ ਦੇ ਅਜੇ ਦਾੜਾ ਨਹੀਂ ਉਤਰਿਆ, ਕਈਆਂ ਦੇ ਦਾੜੇ ਪ੍ਰਕਾਸ਼ ਖਾਨ। ਕਿਸ ਕੇ ਨਹਿ ਇੱਕ ਸਮੁਦਾਈ, ਅਤੇ ਸਾਰੇ ਇੱਕੋ ਜੀ ਉਮਰ ਦੇ ਨੇ, ਅਜੇ ਸਾਰੇ ਨੌਜਵਾਨ ਹੀ ਹਨ। ਬੀਚ 25 ਬੈਸ ਸਰੀਰ, ਅਤੇ ਇਹਨਾਂ ਦੇ ਸਰੀਰਾਂ ਦੀ ਉਮਰ ਕਵੀ ਜੀ ਕਹਿੰਦੇ ਕੋਈ 20 25 ਸਾਲ ਦੀ ਉਮਰ ਤੇ ਚੜ੍ਹਦੀ ਜਵਾਨੀ ਵਿੱਚ ਖਾਨ। ਸ਼ਸਤ ਸੋ ਬਸਤਰ ਨਹੀਂ ਕਿਸ ਤੀਰ, ਅਤੇ ਇਹਨਾਂ ਦੇ ਕੋਲ ਇਹਨਾਂ ਦੇ ਤਨ ਦੇ ਉੱਤੇ ਨਾ ਤਾਂ ਕੋਈ ਚੱਜ ਦਾ ਬਸਤਰ ਇਹਨਾਂ ਪਹਿਨਿਆ ਹੋਇਆ, ਕੋਈ ਕੱਪੜਾ ਵੀ ਆਪਣੇ ਤਨ ਦੇ ਉੱਤੇ ਚੱਜ ਦਾ ਨਹੀਂ ਪਹਿਨਿਆ। ਤੇ ਸਤਿਗੁਰਾਂ ਨੇ ਕਿਹਾ ਜੇ ਸਾਡੀ ਸੈਨਾ 'ਚ ਭਰਤੀ ਹੋਣ ਵਾਸਤੇ ਆਇਓ ਤੇ ਤੁਹਾਡੇ ਕੋਲੇ ਸ਼ਸਤਰ ਹੈ? ਇਹਨਾਂ ਸਾਰਿਆਂ ਕਿਹਾ ਨਹੀਂ ਮਹਾਰਾਜ ਕੋਈ ਸ਼ਸਤਰ ਨਹੀਂ, ਕੋਲ ਤਾਂ ਬਸਤਰ ਪਹਿਨਣ ਨੂੰ ਨਹੀਂ ਮਾਇਆ। ਸੋ ਫਿਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਇਹਨਾਂ ਦੀ ਦਸ਼ਾ ਵੇਖ ਕਰਕੇ ਆਪ ਸਤਿਗੁਰੂ ਪਰਉਪਕਾਰੀ ਕਿਰਪਾਲੂ ਗਰੀਬ ਨਵਾਜ ਪਿਤਾ ਨੇ ਇਹਨਾਂ ਨੂੰ ਸ਼ਸਤਰ ਵੀ ਦੇਣਾ ਕੀਤੇ ਤੇ ਬਸਤਰ ਵੀ ਦੇਣਾ ਕੀਤੇ ਕਨ। ਜਿਨ ਕੋ ਤੁਰਕ ਗਵਾਰ ਕਹੰਤੇ, ਇਹ ਕਵੀ ਜੀ ਕਹਿੰਦੇ ਕੋਈ ਬਹੁਤੇ ਤਕੜੇ ਘਰਾਂ ਦੇ ਨਹੀਂ, ਇਹ ਤਾਂ ਉਹ ਲੋਕ ਸੀ ਜਿਨ੍ਹਾਂ ਨੂੰ ਤੁਰਕ ਗਵਾਰ ਕਹਿੰਦੇ ਸੀ, ਜਿਨ੍ਹਾਂ ਨੂੰ ਤੁਰਕ ਕਦੇ ਆਪਣੇ ਰਾਜ ਦਰਬਾਰ ਦੇ ਅੰਦਰ ਵੜਨ ਤੱਕ ਨਹੀਂ ਸੀ ਨਾ ਦਿੰਦੇ। ਇਹ ਉਹ ਲੋਕ ਸੀ ਨਿਮਾਣੇ ਨਤਾਣੇ ਜਿਨ੍ਹਾਂ ਦੀ ਕੋਈ ਬਾਂਹ ਨਹੀਂ ਸੀ ਫੜਦਾ, ਇਹਨਾਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਆਸਰਾ ਤੱਕਿਆ ਸੀ। ਸੋ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਦੀ ਬਾਂਹ ਫੜੀ, ਸਾਰਿਆਂ ਦੀ ਪੱਤ ਰੱਖੀ, ਜਿਨ੍ਹਾਂ ਨੂੰ ਗਵਾਰ ਕਹਿੰਦੇ ਸੀ ਨਾ ਉਹਨਾਂ ਨੂੰ ਸੂਰਮੇ ਬਣਾ ਦਿੱਤਾ, ਜਰਨੈਲ ਬਣਾਇਆ ਚੋਜੀ ਪ੍ਰੀਤਮ ਨੇ। ਨਹਿਨ ਚਾਕਰੀ ਹੇਤ ਰਖੰਤੇ, ਇਹਨਾਂ ਨੂੰ ਚਾਕਰੀ ਨੌਕਰੀ ਕਰਨ ਵਾਸਤੇ ਵੀ ਨਹੀਂ ਸੀ ਰੱਖਦੇ, ਇਹਨਾਂ ਦੀਆਂ ਫਰਿਆਦਾਂ ਤਾਂ ਕੀ ਸੁਣਨੀਆਂ ਸਨ। ਸਭ ਸਤਿਗੁਰ ਸੋ ਰਾਖਨ ਕਰੇ, ਇਹ ਸਾਰਿਆਂ ਨੂੰ ਸਤਿਗੁਰਾਂ ਨੇ ਆਪਣੇ ਗਲ ਦੇ ਨਾਲ ਲਾ ਲਿਆ ਵੀ ਸਭ ਨੂੰ ਜੀ ਆਇਆ ਭਾਈ। ਬਸਤਰ ਸ਼ਸਤਰ ਦੇ ਸ਼ੁਭਤਾ ਧਰੇ, ਅਤੇ ਇਹਨਾਂ ਨੂੰ ਜਿੱਥੇ ਸੁੰਦਰ ਸ਼ਸਤਰ ਦਿੱਤੇ ਨੇ ਉੱਥੇ ਸੁੰਦਰ ਬਸਤਰ ਵੀ ਪਹਿਨ
ਪਹਿਨਣ ਵਾਸਤੇ ਦੇਣਾ ਕੀਤੇ। ਰਹਿਣ ਲਗੇ ਸਤਿਗੁਰ ਕੇ ਤੀਰ, ਇਹ ਸਾਰੇ ਸੂਰਮੇ ਸਤਿਗੁਰਾਂ ਦੇ ਕੋਲ ਹੀ ਰਹਿੰਦੇ ਨੇ, ਸੋਹਣੇ ਸ਼ਸਤਰ ਬਸਤਰ ਸਜਾ ਕਰਕੇ। ਆਯੁਧ ਵਿਦਿਆ ਨਿਤ ਕਰ ਵੀਰ, ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਜਰਨੈਲਾਂ ਨੂੰ, ਸੂਰਮਿਆਂ ਨੂੰ ਵੀ ਕਹਿੰਦੇ ਆ, ਇਹ ਜਿਹੜੀ ਨਵੀਂ ਸੈਨਾ ਆਪਾਂ ਭਰਤੀ ਕੀਤੀ ਪਈ, ਇਹਨਾਂ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਣਾ ਕਰੋ, ਸ਼ਸਤਰ ਵਿਦਿਆ ਸਿਖਾਉਣਾ ਕਰੋ। ਖੰਡੇ ਖੜਗ ਤੁਫੰਗ ਕਮਾਨ, ਇਹਨਾਂ ਨੂੰ ਖੰਡਾ ਫੜਨਾ ਸਿਖਾਇਆ, ਫਿਰ ਖੰਡਾ ਵਾਹੁਣਾ ਸਿਖਾਇਆ ਵੀ ਐਂ ਖੰਡਾ ਚਲਾਈਦਾ। ਸੋ ਫਿਰ ਤਲਵਾਰ ਜਿਹੜੀ ਹੈ ਉਹਦਾ ਵਾਰ ਕਿਵੇਂ ਕਰੀਦਾ, ਵਾਰ ਰੋਕਣਾ ਕਿਵੇਂ, ਉਹ ਵੀ ਸਿਖਾਉਣਾ ਕੀਤੇ। ਇਹਨਾਂ ਨੂੰ ਬੰਦੂਕ ਦੇ ਘੋੜੇ ਦਾ ਵੀ ਦੱਸਿਆ ਵੀ ਐਵੇਂ ਚਲਾਉਣੀ ਹੈ, ਐਵੇਂ ਆਪਣਾ ਬਚਾਅ ਕਰਨਾ। ਇਹਨਾਂ ਨੂੰ ਤੀਰ ਚਲਾਉਣੇ, ਤੀਰ ਕਮਾਨ, ਉਹ ਸਾਰੇ ਸ਼ਸਤਰ ਇਹਨਾਂ ਨੂੰ ਸਿਖਾਉਣਾ ਕਰਦੇ ਹਨ ਸਤਿਗੁਰੂ ਜੀ। ਸਭ ਕੋ ਦੇ ਕੀਨੇ ਸਵਧਾਨ, ਅਤੇ ਸਾਰਿਆਂ ਦੇ ਤਾਈਂ ਗਰੀਬ ਨਵਾਜ ਪਾਤਸ਼ਾਹ ਨੇ ਸ਼ਸਤਰ ਦੇ ਕੇ ਸਭ ਨੂੰ ਸਾਵਧਾਨ ਕਰ ਦਿੱਤਾ ਹੈ ਕਿ ਭਾਈ ਜੇ ਤੁਸੀਂ ਘੋੜੇ ਲੈ ਤੇ ਇਹਨਾਂ ਦੀ ਸਾਂਭ ਸੰਭਾਲ ਵੀ ਕਰਨੀ ਹੈ। ਗੁਰੂ ਕੀ ਸੰਗਤ ਦੀਆਂ ਇਹ ਪਟਾਵਾਂ ਨੇ, ਇਹ ਜਿਹੜੇ ਸੋਹਣੇ ਸ਼ਸਤਰ ਕੇਵਲ ਪਹਿਨਣ ਵਾਸਤੇ ਨਹੀਂ, ਇਹਨਾਂ ਦਾ ਸਤਿਕਾਰ ਵੀ ਪੂਰਾ ਕਰਨਾ ਹੈ। ਇਹਨਾਂ ਦਾ ਅਦਬ ਸਤਿਕਾਰ ਜਿਹੜਾ ਸ਼ਸਤਰਾਂ ਦਾ ਜ਼ਰੂਰ ਕਰਨਾ ਹੈ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਚਾਹੇ ਸਾਡੇ ਸਿੱਖਾਂ ਦੇ ਵਿੱਚ ਢਿਲਾਈ ਆ ਗਈ ਹੈ, ਸ਼ਸਤਰ ਪਹਿਨਣ ਤੋਂ ਗੁਰੇਜ਼ ਕਰਦੇ ਆ, ਸ਼ਸਤਰ ਫੜਨ ਤੋਂ ਗੁਰੇਜ਼ ਕਰਦੇ ਆ, ਪਰ ਨਹੀਂ, ਇਉਂ ਨਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰੂ ਕਾ ਸਿੱਖ ਹੋਵੇ ਆਪਣੇ ਸ਼ਸਤਰ ਦਾ ਤੇ ਬਸਤਰ ਦਾ ਜ਼ਰੂਰ ਖਿਆਲ ਰੱਖੋ, ਸਾਵਧਾਨ ਹੋ ਕਰਕੇ ਰਹਿਣਾ, ਪਤਾ ਲੱਗੇ ਗੁਰੂ ਕਾ ਸਿੱਖ ਬੈਠਾ। ਸੋ ਚੜ੍ਹਦੀ ਕਲਾ ਦੇ ਨਾਲ ਗੁਰੂ ਕੇ ਸਿੱਖਾਂ ਨੂੰ ਰਹਿਣਾ ਚਾਹੀਦਾ ਹੈ। ਅੱਜ ਮਾਡਰਨ ਸਿੱਖ ਬਣ ਗਏ, ਆਪਣੇ ਬਸਤਰਾਂ ਦਾ ਤਾਂ ਖਿਆਲ ਰੱਖਦੇ ਵੀ ਦਾਗ ਨਾ ਲੱਗਾ ਹੋਵੇ। ਸੋ ਸ਼ਸਤਰ ਕਹਿੰਦੇ ਆ ਵੀ ਜੇ ਕਿਤੇ ਥੱਲਿਓਂ ਦੀ ਗਾਤਰਾ ਪਾ ਲਈਏ, ਇਹ ਪਿੰਟ ਦੇ ਵਿੱਚ, ਪਜਾਮੇ ਦੇ ਵਿੱਚ ਲੋਕ ਹੀ ਜਾਵੇ ਤੇ ਚੰਗੀ ਗੱਲ ਆ। ਪਰ ਇਉਂ ਨਹੀਂ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਾਂ ਸਿੱਖਾਂ ਨੂੰ ਵਡਿਆਈਆਂ ਦਿੰਦੇ ਨੇ, ਸ਼ਸਤਰ ਨੂੰ ਲੈਣਾ ਕਰੋ, ਸ਼ਸਤਰ ਨੂੰ ਸਾਂਭਣਾ ਵੀ ਸਿੱਖਣਾ, ਸਾਵਧਾਨ ਵੀ ਕੀਤਾ। ਬੋਹਰੋ ਬਖਸ਼ੇ ਸਭਿਨ ਤੋ ਰੰਗ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਘੋੜੇ ਵੀ ਦਿੱਤੇ ਨੇ ਸੂਰਮਿਆਂ ਨੂੰ। ਹੋਏ ਅਸਵਾਰ ਚੜੇ ਨਿਤ ਸੰਗ, ਇਹਨਾਂ ਨੂੰ ਕਿਹਾ ਭਾਈ ਸਵਾਰੀ ਇਹਨਾਂ ਤੇ ਕਰਨੀ ਸਿੱਖੋ, ਕਿਵੇਂ ਘੋੜੇ ਨੂੰ ਦਾਣਾ ਪਾਣੀ ਪਾਉਣਾ, ਕਿਵੇਂ ਇਹਦੇ ਤੇ ਸਵਾਰੀ ਕਰਨੀ, ਸਾਰਾ ਇਹਨਾਂ ਦਾ ਖਿਆਲ ਕਰੋ। ਵਹਿਰ ਅਖੀਰ ਗੁਰੂ ਜਬ ਜਾਵੈ, ਜਦੋਂ ਸਤਿਗੁਰੂ ਜੀ ਬਾਹਰ ਜੀਵਾਂ ਦਾ ਉਧਾਰ ਕਰਨ ਜਾਂਦੇ ਹਨ, ਆਯੁਧ ਵਿਦਿਆ ਤਿਨੇ ਸਿਖਾਵੈ, ਸਤਿਗੁਰੂ ਨਾਲ ਸ਼ਸਤਰ ਚਲਾਉਂਦੇ ਨੇ ਤੇ ਇਹਨਾਂ ਨੂੰ ਚਲਾਉਣ ਦਾ ਤਰੀਕਾ ਦੱਸਦੇ ਹਨ। ਦਿਨ ਪ੍ਰਤ ਵਹਿਰ ਅਖੀਰ ਕਰਨ ਤੇ, ਇਸ ਤਰ੍ਹਾਂ ਕਈ ਸਮਾਂ, ਲੰਮਾ ਸਮਾਂ ਸਤਿਗੁਰੂ ਬਾਹਰ ਜੀਵਾਂ ਦਾ ਉਧਾਰ ਕਰਦੇ ਨੇ, ਸ਼ਿਕਾਰ ਖੇਡਦੇ ਹਨ। ਤੀਰ ਤੁਫੰਗਨ ਬ੍ਰਿੰਦ ਛੁਟਨ ਤੇ, ਬਹੁਤ ਜ਼ਿਆਦੇ ਤੀਰ ਅਤੇ ਗੋਲੀਆਂ, ਤਲਵਾਰਾਂ ਸਾਰੇ ਵਾਰ ਕਰਨੇ ਸਿਖਾਉਂਦੇ ਹਨ। ਕਰੇ ਅਖੀਰ ਧਵਾਏ ਤੁਰੰਗ, ਫਿਰ ਘੋੜੇ ਤੇ ਚੜ੍ਹ ਕਰਕੇ ਕਿਵੇਂ ਸ਼ਿਕਾਰ ਕਰਨਾ ਹੈ, ਉਹ ਸਾਰੇ ਵਾਰ ਕਰਨੇ ਘੋੜੇ ਤੇ ਚੜ੍ਹ ਕਰਕੇ ਵੀ ਸਿਖਾਉਂਦੇ ਹਨ। ਸ਼ਸਤਰ ਧਰਨ ਕੋ ਸੁਜਸ ਉਧਾਰ, ਇਹ ਜਿਹੜਾ ਸ੍ਰੇਸ਼ਟ ਸਤਿਗੁਰਾਂ ਦਾ ਸੁਜਸ ਸੀ ਨਾ, ਸ਼ਸਤਰ ਧਾਰਨ ਕਰਨ ਦਾ ਸ੍ਰੇਸ਼ਟ ਜਸ ਹੈ। ਫੈਲਿਓ ਸਗਰੇ ਦੇਸ਼ ਮਜਾਰ, ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫੈਲ ਗਿਆ ਤੇ ਤੁਰਕਾਂ ਦੀਆਂ ਜੜ੍ਹਾਂ ਹਿੱਲ ਗਈਆਂ। ਸੁਣ ਅਬਦੁੱਲ ਢਾਡੀ ਚੱਲ ਆਇਓ, ਇਹ ਸ੍ਰੇਸ਼ਟ ਜਸ ਸੁਣ ਕਰਕੇ ਤੇ ਭਾਈ ਅਬਦੁੱਲਾ ਢਾਡੀ ਸੀ, ਉਹ ਚੱਲ ਕਰਕੇ ਸਤਿਗੁਰਾਂ ਕੋਲ ਆਇਆ ਹੈ। ਭਏ ਸੁਪਟ ਤਿੰਨ ਕੋ ਜਸ ਗਾਇਓ, ਉਹਨੇ ਜਿਹੜੇ ਪਹਿਲਾਂ ਸੂਰਮੇ ਹੋਏ ਨੇ, ਜੰਗ ਯੁੱਧ ਜਿਨ੍ਹਾਂ ਲੜੇ ਨੇ, ਉਹਨਾਂ ਦੀਆਂ ਵਾਰਾਂ ਗਾ ਕੇ ਨਾ ਇਹਨਾਂ ਨੌਜਵਾਨ ਸੂਰਮਿਆਂ ਨੂੰ ਸੁਣਾਉਣਾ ਕੀਤੀਆਂ ਹਨ। ਜਿਸ ਕੇ ਸੁਨਤ ਵੀਰ ਰਸ ਜਾਗੇ, ਅਤੇ ਜਿਨ੍ਹਾਂ ਵਾਰਾਂ ਨੂੰ ਸੁਣ ਕਰਕੇ ਢਾਡੀਆਂ ਦੇ ਕੋਲੋਂ ਤੇ ਵੀਰ ਰਸ ਅੰਦਰ ਜਾਗਦਾ, ਵੀਰ ਰਸ ਪੈਦਾ ਹੁੰਦਾ ਹੈ। ਕਾਇਰ ਸੋਪੇ ਲਰੇ ਨਹਿ ਭਾਗੇ, ਅਤੇ ਢਾਡੀਆਂ ਦੇ ਵਿੱਚ ਸਤਿਗੁਰਾਂ ਨੇ ਏਡੀ ਵੱਡੀ ਕਲਾ ਭਰੀ ਹੈ ਵੀ ਜੇ ਵੀਰ ਅਸੀਂ ਵਾਰਾਂ ਸੁਣ ਲਵੇ ਨਾ ਕੋਈ, ਤੇ ਜਿਹੜਾ ਕਾਇਰ ਹੈ ਉਹ ਵੀ ਮੈਦਾਨ ਛੱਡ ਕੇ ਨਹੀਂ ਭੱਜਦਾ, ਉਹ ਵੀ ਲੜਨ ਵਾਸਤੇ ਤਿਆਰ ਹੋ ਜਾਂਦਾ ਹੈ। ਨਿਜ ਸੁਪਠਾਨ ਸੁਨਾਵਨ ਕਾਰਨ, ਸਤਿਗੁਰੂ ਕਹਿੰਦੇ ਨੇ ਭਾਈ ਅਬਦੁੱਲਾ ਜੀ, ਇਹ ਜਿਹੜੇ ਨੌਜਵਾਨ ਸੂਰਮੇ ਨੇ ਨਾ ਸਾਡੀ ਫੌਜ, ਇਹਨਾਂ ਨੂੰ ਜਿਹੜੀਆਂ ਜੋਸ਼ ਵਾਲੀਆਂ ਵਾਰਾਂ ਜਿਹੜੀਆਂ ਉਹ ਸੁਣਾਉਣਾ ਕਰੋ। ਕਰੇ ਜੰਗ ਜੈਸੇ ਵੱਡ ਦਾਰਨ, ਇਹਨਾਂ ਨੂੰ ਵੱਡੇ ਜੰਗੀ ਸੂਰਮੇ ਬਣਾਉਣੇ ਆ ਵੀ ਮੈਦਾਨੇ ਜੰਗ 'ਚ ਚੜ੍ਹ ਕੇ ਵਾਰ ਕਰਨ, ਪੂਰੇ ਯੋਧੇ ਕਾਇਮ ਕਰਨੇ ਹਨ। ਅਬਦੁੱਲ ਕੋ ਚਾਕਰ ਕਰ ਰਾਖਿਓ, ਅਤੇ ਭਾਈ ਅਬਦੁੱਲਾ ਨੂੰ ਵੀ ਸਤਿਗੁਰੂ ਕਹਿੰਦੇ ਤੇਰਾ ਵੀ ਗੁਰੂ ਘਰ 'ਚ ਵੱਡਾ ਸਨਮਾਨ ਹੋਵੇਗਾ,
ਤੂੰ ਵੀ ਸਾਡੇ ਕੋਲ ਹੀ ਰਿਹਾ ਕਰ, ਸਾਡੀ ਹਾਜ਼ਰੀ ਦੇ ਵਿੱਚ ਹੀ ਰਹਿਣਾ ਹੈ। ਦਰਬ ਦਿਵਾਏ ਮਸੰਦਨ ਭਾਖਿਓ। ਤੇ ਮਸੰਦਾਂ ਦੇ ਤਾਈਂ ਹੁਕਮ ਕੀਤਾ ਭਾਈ, ਇਹ ਗੁਰੂ ਕੀ ਕੀਰਤ ਕਰਨ ਵਾਲੇ ਗੁਰੂ ਕੇ ਢਾਡੀ ਸਿੱਖ ਨੇ, ਇਹਨਾਂ ਦਾ ਸਤਿਕਾਰ ਵੀ ਜ਼ਰੂਰ ਕਰੋ। ਕਿਆ ਇਹਨਾਂ ਨੂੰ ਮਾਇਆ ਸੰਗਤ ਤੋਂ ਲੈ ਕੇ ਦਿਆ ਕਰੋ ਵੀ ਆ ਮਾਇਆ ਲਓ, ਉਹਨਾਂ ਨੂੰ ਵੀ ਧਨ ਦੇਣਾ ਕੀਤਾ। ਸੋ ਅੱਜ ਭਾਵੇਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਛੜਦੇ ਜਾਂਦੇ, ਆਪਣੇ ਇਤਿਹਾਸ ਨੂੰ ਭੁੱਲਦੇ ਜਾਂਦੇ, ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਵੱਡੀਆਂ ਵਡਿਆਈਆਂ ਆਪਣੇ ਗੁਰਸਿੱਖਾਂ ਨੂੰ, ਜਿਨ੍ਹਾਂ ਨੇ ਗੁਰੂ ਕੀ ਵਡਿਆਈ ਕੀਤੀ, ਕੀਰਤ ਕੀਤੀ ਹੈ ਨਾ ਸਤਿਗੁਰੂ ਦੀ ਕੀਰਤੀ, ਉਹਨਾਂ ਨੂੰ ਵੱਡੇ ਮਾਣ ਸਨਮਾਨ ਸਤਿਗੁਰਾਂ ਬਖਸ਼ੇ ਹਨ। ਬ੍ਰਿਧਨ ਕੋ ਚਾਕਰ ਕਰ ਰਾਖਿਓ, ਭਲੀ ਤੁਰੰਗ ਦਿਓ ਹਿਤ ਚਰਬੇ। ਫਿਰ ਸਤਿਗੁਰਾਂ ਨੇ ਇੱਕ ਬੜਾ ਸੋਹਣਾ ਤੇ ਬੜਾ ਬਲਵਾਨ ਘੋੜਾ ਵੀ ਭਾਈ ਅਬਦੁੱਲੇ ਨੂੰ ਦਿੱਤਾ ਹੈ। ਵੀ ਇਹ ਨਹੀਂ ਵੀ ਗੁਰੂ ਕਾ ਢਾਡੀ ਹੈ ਤੇ ਉਹ ਆਪਦੇ ਹੱਥ ਵਿੱਚ ਢੱਡ ਸਰੰਗੀ ਫੜ ਕੇ ਤੁਰ ਕੇ ਤੁਰਿਆ ਆਵੇ, ਨਹੀਂ, ਘੋੜੇ ਤੇ ਸਵਾਰ ਹੋ ਕਰਕੇ ਆਉਣਾ। ਜਦੋਂ ਤੂੰ ਆਉਣਾ ਹੈ ਇਹਨਾਂ ਸੂਰਮਿਆਂ ਨੂੰ ਵਾਰਾਂ ਸੁਣਾਉਣ ਵਾਸਤੇ, ਵਧੀਆ ਸੁੰਦਰ ਘੋੜਾ ਜਿਹੜਾ ਉਹ ਸਨਮਾਨ ਵਜੋਂ ਦਿੱਤਾ ਹੈ। ਸੁਪਟਨ ਵਾਰ ਸੁਨਾਵਨ ਕਰਬੇ। ਕਹਿਣਾ ਕੀਤਾ ਸੂਰਮਿਆਂ ਨੂੰ ਜਸ਼ੀਲੀਆਂ ਵਾਰਾਂ ਸੁਣਾਉਣੀਆਂ, ਚੜ੍ਹਦੀ ਕਲਾ ਵਾਲੀਆਂ। ਹਿਮ ਦਿਨ ਪ੍ਰਤ ਗੁਰ ਸੈਨ ਸਕੇਲੇ। ਇਸ ਤਰ੍ਹਾਂ ਹਰ ਰੋਜ਼ ਸਤਿਗੁਰਾਂ ਦੀ ਫੌਜ ਵਿੱਚ ਵਾਧਾ ਹੁੰਦਾ ਗਿਆ। ਸੰਗਤ ਗਨ ਪਹੁੰਚੇ ਕਰ ਮੇਲੇ। ਬੇਅੰਤ ਸੰਗਤ ਜਿਹੜੀ ਉਹ ਦੂਰੋਂ ਦਰਾਡਿਓਂ ਚੱਲ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੀ ਹੈ। ਵਧਿਓ ਸਮਾਜ ਅਧਿਕ ਸਭ ਭਾਂਤੀ। ਅੰਤ ਸੰਗਤਾਂ ਦਰਸ਼ਨ ਕਰਦੀਆਂ ਨੇ ਕਿਵੇਂ ਸਤਿਗੁਰਾਂ ਸ਼ਸਤਰ ਸਜਾਏ, ਕਿਵੇਂ ਫੌਜ ਤਿਆਰ ਕਰ ਰਹੇ ਨੇ। ਇਹ ਦੂਰੋਂ ਦੂਰੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਚੱਲ ਕਰਕੇ ਆਉਂਦੀਆਂ। ਬੜਾ ਸਤਿਗੁਰਾਂ ਦਾ ਸਾਜੋ ਸਮਾਨ, ਗੁਰੂ ਘਰ ਦੀ ਵਡਿਆਈ ਵੱਧਦੀ ਫੁੱਲਦੀ ਹੈ। ਸੁਣ ਭਿਖ ਮਾਤਾ ਸੀਤਲ ਛਾਤੀ। ਇਹ ਸਾਰਾ ਕੁਝ ਸੁਣ ਕਰਕੇ ਨਾ ਪੁੱਤਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਸਤਤ ਤੇ ਮਾਤਾ ਗੰਗਾ ਜੀ ਦਾ ਹਿਰਦਾ ਬੜਾ ਜ਼ਿਆਦਾ ਸ਼ਾਂਤ ਹੁੰਦਾ, ਬੜਾ ਆਨੰਦ ਆਉਂਦਾ ਹੈ। ਆਪਣੇ ਪੁੱਤਰ ਦੀ ਵਡਿਆਈ ਸੁਣ ਸੁਣ ਕੇ ਮਾਤਾ ਗੰਗਾ ਜੀ ਬੜੇ ਚਾਉ ਦੇ ਸਹਿਤ ਨੇ, ਆਨੰਦ ਦੇ ਸਹਿਤ ਹਨ। ਆਏ ਉਪਾਇਨ ਪੂਜਾ ਹੋਤੇ। ਤੇ ਜਦੋਂ ਸੰਗਤਾਂ ਦੱਸਦੀਆਂ ਨੇ ਮਾਤਾ ਜੀ ਤੁਹਾਡੇ ਪੁੱਤਰ ਨੂੰ, ਸੰਗਤਾਂ ਆਣ ਕੇ ਨਮਸਕਾਰਾਂ ਕਰਦੀਆਂ, ਉਹਨਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖਦੀਆਂ ਹਨ। ਵੱਡ ਪੀਰਨ ਕੇ ਪੀਰ ਉਦੋਤੇ। ਇਹ ਤਾਂ ਵੱਡੇ ਮਾਂ ਪੀਰਾਂ ਦੇ ਪੀਰ ਨੇ, ਜਿਹੜਾ ਉਹਨਾਂ ਦੇ ਦਰਸ਼ਨ ਕਰ ਲੈਂਦਾ ਹੈ ਉਹ ਇਹਨਾਂ ਦਾ ਹੀ ਮੁਰੀਦ ਬਣ ਜਾਂਦਾ ਹੈ। ਚੜੇ ਸੈਨ ਸੰਗ ਸੁਪਟ ਪਰਬੀਨ। ਜਦੋਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਫਿਰ ਘੋੜੇ ਤੇ ਸਵਾਰੀ ਕਰਕੇ, ਸ਼ਸਤਰ ਸਜਾ ਕਰਕੇ ਆਪਣੇ ਪਾਵਨ ਤਨ ਦੇ ਉੱਤੇ, ਤੇ ਸਤਿਗੁਰੂ ਬਾਹਰ ਨੂੰ ਜਾਂਦੇ ਨੇ ਜੀਵਾਂ ਦਾ ਉਧਾਰ ਕਰਨ ਵਾਸਤੇ। ਇਹ ਮੀਰਨ ਕੀ ਮੀਰੀ ਲੀਨ। ਉਦੋਂ ਜਿਹੜੇ ਸਿਆਣੇ ਗੁਰੂ ਕੇ ਸਿੱਖ ਨੇ, ਜਿਹੜੇ ਸਤਿਗੁਰੂ ਦੇ ਘਰ ਨਾਲ ਪਿਆਰ ਕਰਨ ਵਾਲੇ, ਕਹਿੰਦੇ ਨੇ ਕਿ ਜਿਵੇਂ ਸਤਿਗੁਰੂ ਆਪਣੀ ਸੈਨਾ ਦੇ ਨਾਲ, ਸ੍ਰੇਸ਼ਟ ਸੂਰਮਿਆਂ ਦੇ ਨਾਲ ਚੜ੍ਹ ਕਰਕੇ ਸ਼ਿਕਾਰ ਨੂੰ ਜਾਂਦੇ ਨੇ, ਇਸ ਤਰ੍ਹਾਂ ਜਾਪਦਾ ਹੈ ਵੀ ਹੁਣ ਬਾਦਸ਼ਾਹ ਦੀ ਬਾਦਸ਼ਾਹੀ ਬਹੁਤੇ ਜ਼ਿਆਦੇ ਦਿਨ ਨਹੀਂ। ਇਹ ਤਾਂ ਬਾਦਸ਼ਾਹਾਂ ਦੀ ਬਾਦਸ਼ਾਹੀ ਜਿਹੜੀ ਹੈ ਨਾ, ਉਹ ਸਾਰੀ ਆਪਣੇ ਕਬਜ਼ੇ ਵਿੱਚ ਲੈ ਲੈਣਗੇ। ਆਏ ਅਕੂਰੇ ਸ਼ਸਤਰ ਤੁਰੰਗ। ਤੇ ਇਸ ਰੂਪ ਦੇ ਦਰਸ਼ਨ ਕਰਕੇ ਹਰ ਸਿੱਖ ਦੇ ਮਨ ਦੇ ਵਿੱਚ ਇੱਛਾ ਹੈ ਕਿ ਸਤਿਗੁਰਾਂ ਨੂੰ ਸੋਹਣੇ ਸ਼ਸਤਰ ਭੇਟਾ ਕਰੀਏ, ਸੋਹਣੇ ਘੋੜੇ ਜਿਹੜੇ ਗੁਰੂ ਕੇ ਤਬੇਲੇ ਦੇ ਵਿੱਚ ਉਹ ਅਰਪਣ ਕਰਾਂ। ਹਰ ਸਿੱਖ ਯਥਾਯੋਗ ਸ਼ਕਤ ਦੇ ਅਨੁਸਾਰ ਯਤਨ ਕਰਦਾ ਹੈ। ਆਦਿਕ ਚਮੂ ਬ੍ਰਿਦਤ ਚੜ ਸੰਗ। ਇਸ ਤਰ੍ਹਾਂ ਸਤਿਗੁਰਾਂ ਦੀ ਫੌਜ ਦੇ ਵਿੱਚ ਬਹੁਤ ਵੱਡਾ ਵਾਧਾ ਹੁੰਦਾ ਹੈ। ਜਦੋਂ ਸਤਿਗੁਰੂ ਜੀ ਆਪਣੇ ਸੂਰਮਿਆਂ ਦੀ ਫੌਜ ਨੂੰ ਨਾਲ ਲੈ ਕਰਕੇ, ਘੋੜਿਆਂ ਤੇ ਸਵਾਰ ਹੋ ਕਰਕੇ, ਸ਼ਸਤਰ ਸਜਾ ਕਰਕੇ ਬਾਹਰ ਨਿਕਲਦੇ ਨੇ ਤਾਂ ਉਹ ਦ੍ਰਿਸ਼ ਕਵੀ ਜੀ ਕਹਿੰਦੇ ਵੇਖਣੀ ਵਾਲਾ ਹੈ। ਚਲਤ ਅਗਾਰੀ ਬਜੇ ਨਿਸ਼ਾਨਾ। ਜਦੋਂ ਸਤਿਗੁਰੂ ਘੋੜੇ ਤੇ ਸਵਾਰ ਹੁੰਦੇ ਨੇ ਨਾ, ਉਦੋਂ ਅੱਗੇ ਇੱਕ ਸਿੱਖ ਨਗਾਰੇ ਤੇ ਚੋਟ ਲਾ ਦਿੰਦਾ ਹੈ ਤੇ ਨਗਾਰੇ ਤੇ ਚੋਟਾਂ ਵੱਜਦੀਆਂ ਜਾਂਦੀਆਂ ਨੇ, ਤੇ ਆਪ ਗਰੀਬ ਨਵਾਜ ਪਾਤਸ਼ਾਹ ਪਿੱਛੇ ਘੋੜੇ ਤੇ ਸਵਾਰ ਤੇ ਨਾਲ ਸ਼ਸਤਰਧਾਰੀ ਸੂਰਮਿਆਂ ਦੀ ਫੌਜ। ਉਹ ਬੜਾ ਮਨਮੋਹਕ ਜਿਹਾ ਦ੍ਰਿਸ਼ ਹੈ। ਉਹਨੂੰ ਵੇਖ ਕਰਕੇ ਹਰ ਇੱਕ ਦਾ ਚਿੱਤ ਜਿਹੜਾ ਹੈ ਨਾ, ਉਹ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਝੁਕ ਜਾਂਦਾ ਹੈ। ਝੰਡਾ ਝੂਲਤ ਖਰੋ ਮਹਾਨਾ। ਜਦੋਂ ਨਗਾਰਾ ਵੱਜਦਾ ਹੈ ਤੇ ਨਾਲ ਇੱਕ ਨਿਸ਼ਾਨ ਵਾਲਾ ਸਿੰਘ, ਉਹ ਝੰਡਾ ਲੈ ਕਰਕੇ, ਨਿਸ਼ਾਨ ਸਾਹਿਬ ਲੈ ਕਰਕੇ ਘੋੜੇ ਤੇ ਸਵਾਰ ਹੋ ਕੇ
ਸਤਿਗੁਰਾਂ ਦੇ ਅੱਗੇ ਅੱਗੇ ਹੋ ਕਰਕੇ ਚੱਲਦਾ ਹੈ। ਦਿਨ ਪ੍ਰਤਿ ਉਤਸਵ ਹੋਤ ਨਵੀਨੇ। ਹਰ ਰੋਜ਼ ਹੀ ਨਵੇਂ ਤੋਂ ਨਵਾਂ ਕੌਤਕੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਵਿੱਚ ਹੁੰਦਾ ਹੈ। ਵੱਡੇ ਭਾਗ ਜਿਨ ਦੇਖਨ ਕੀਨੇ। ਕਵੀ ਜੀ ਕਹਿੰਦੇ ਵੱਡਿਆਂ ਭਾਗਾਂ ਵਾਲੇ ਉਹ ਗੁਰਮੁਖ ਪਿਆਰੇ ਗੁਰਸਿੱਖ ਨੇ ਜਿਨ੍ਹਾਂ ਨੇ ਸਤਿਗੁਰਾਂ ਦੇ ਐਸੇ ਉਤਸਵ ਦੇ ਦਰਸ਼ਨ ਕੀਤੇ ਹਨ। ਦੀਪਮਾਲ ਕਾ ਬੋਹਰੋ ਆਈ। ਫਿਰ ਇਸ ਤਰ੍ਹਾਂ ਸਤਿਗੁਰੂ ਜੀ ਹਰ ਰੋਜ਼ ਕੌਤਕ ਕਰਦੇ ਨੇ ਜਦੋਂ ਗਰੀਬ ਨਵਾਜ ਘੋੜੇ ਤੇ ਸਵਾਰੀ ਕਰਦੇ ਆਪਣੀ ਫੌਜ ਨੂੰ ਨਾਲ ਲੈ ਕਰਕੇ ਜਿੱਥੇ ਨਗਾਰਾ ਵੱਜਦਾ ਅੱਗੇ ਨਿਸ਼ਾਨ ਸਾਹਿਬ ਝੂਲਦਾ ਜਾਂਦਾ ਹੈ। ਸੋ ਹਰ ਰੋਜ਼ ਦੀ ਰੋਜ਼ ਜਿੱਥੇ ਸੈਨਾ ਦੇ ਵਿੱਚ ਫੌਜ ਦੇ ਵਿੱਚ ਵਾਧਾ ਹੋ ਰਿਹਾ ਉੱਥੇ ਸੰਗਤਾਂ ਸਤਿਗੁਰਾਂ ਦੇ ਚਰਨਾਂ 'ਚ ਲਿਆ ਕੇ ਸੋਹਣੇ ਸੁੰਦਰ ਸ਼ਸਤਰ ਸੋਹਣੇ ਸੁੰਦਰ ਘੋੜੇ ਜਿਹੜੇ ਉਹ ਭੇਟਾ ਕਰਦੀਆਂ ਹਨ। ਇਹ ਸਮਾਂ ਬੀਤਦਾ ਚੱਲਦਾ ਚੱਲਦਾ ਗਿਆ ਤੇ ਕਵੀ ਜੀ ਕਹਿੰਦੇ ਅੱਗੇ ਫਿਰ ਦੀਵਾਲੀ ਦਾ ਦਿਹਾੜਾ ਆ ਗਿਆ ਹੈ। ਚਹੁੰ ਦਿਸ਼ ਤੇ ਸੰਗਤ ਉਮੜਾਈ। ਇਹ ਦੀਵਾਲੀ ਦਾ ਦਿਹਾੜਾ ਹੋਣ ਕਰਕੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਇੱਥੇ ਜਾ ਕਰਕੇ ਸੰਗਤਾਂ ਦਰਸ਼ਨ ਕਰਦੀਆਂ ਇਸ ਦਿਹਾੜੇ ਤੇ। ਦੂਰੋਂ ਦਰਾਡਿਓਂ ਸੰਗਤ ਜਿਹੜੀ ਉਹ ਦੀਵਾਲੀ ਦੇ ਦਰਸ਼ਨ ਕਰਨ ਵਾਸਤੇ ਆਈ ਹੈ। ਮੱਜਨ ਕਰੇ ਸੁਦਾਸਰ ਮੇਲੇ। ਸਾਰੀਆਂ ਸੰਗਤਾਂ ਨੇ ਆਣ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਦਿਆਂ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕੀਤੇ ਹਨ। ਖਸ਼ਟਮ ਸਤਿਗੁਰ ਪਿਖੇ ਸੁਹੇਲੇ। ਫੇਰ ਜਾ ਕਰਕੇ ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਚੋਜੀ ਪ੍ਰੀਤਮ ਸਤਿਗੁਰੂ ਦੇ ਦਰਸ਼ਨ ਫੇਰ ਜਾ ਕੇ ਕਰਦੀਆਂ। ਪਹਿਲਾਂ ਆਣ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹਾਜ਼ਰੀ ਸੰਗਤ ਭਰਦੀ ਹੈ ਤੇ ਇਹ ਹਾਜ਼ਰੀ ਭਰਨ ਤੋਂ ਬਾਅਦ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਤੋਂ ਬਾਅਦ ਜਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਨਮਸਕਾਰ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਸੰਗਤ ਨਿਹਾਲ ਹੁੰਦੀ ਹੈ। ਬਾਜੀ ਸ਼ਸਤਰ ਭੇਟ ਲਿਹ ਰਖਤ। ਅਤੇ ਫਿਰ ਸੰਗਤਾਂ ਨੂੰ ਇਹ ਵੀ ਸਤਿਗੁਰਾਂ ਦਾ ਹੁਕਮ ਦਾ ਪਤਾ ਜਿਵੇਂ ਜਿਵੇਂ ਚੱਲਦਾ ਹੈ ਨਾ ਕਿ ਸਤਿਗੁਰੂ ਜੀ ਬਹੁਤੇ ਧਨ ਤੇ ਨਹੀਂ ਬਹੁਤ ਜ਼ਿਆਦੀ ਮਾਇਆ ਤੇ ਨਹੀਂ ਪਾਤਸ਼ਾਹ ਤਾਂ ਸੋਹਣੇ ਸ਼ਸਤਰ ਅਤੇ ਸੋਹਣੇ ਘੋੜਿਆਂ ਦੇ ਉੱਪਰ ਖੁਸ਼ੇ ਵਰਤਾਉਂਦੇ। ਫਿਰ ਆਪੋ ਆਪਣੀ ਯਥਾ ਸ਼ਕਤ ਦੇ ਅਨੁਸਾਰ ਹਰ ਸਿੱਖ ਚਾਹੁੰਦਾ ਹੈ ਵੀ ਵਧੀਆ ਤੋਂ ਵਧੀਆ ਚੰਗੇ ਤੋਂ ਚੰਗਾ ਸੋਹਣੇ ਤੋਂ ਸੋਹਣਾ ਘੋੜਾ ਸੋਹਣੇ ਤੋਂ ਸੋਹਣਾ ਸ਼ਸਤਰ ਲੈ ਕੇ ਸਤਿਗੁਰਾਂ ਦੇ ਅੱਗੇ ਮੈਂ ਭੇਟਾ ਕਰਾਂ। ਜਾਂ ਤੇ ਲਿਆਵਤ ਨੀਕੇ ਪਰਖਤ। ਅਤੇ ਤਾਂ ਕਰਕੇ ਫਿਰ ਚੰਗੇ ਤੋਂ ਚੰਗਾ ਵਧੀਆ ਪਰਖ ਕੇ ਮਹਾਰਾਜ ਦੇ ਕੋਲ ਜਾਂਦੇ ਨੇ ਵੀ ਸ਼ਸਤਰ ਨੂੰ ਪਰਖ ਕੇ ਦੱਸ ਇਹ ਕਿਸ ਤਰ੍ਹਾਂ ਦਾ। ਸੋ ਚੰਗੇ ਮਹਾਰਾਜ ਦੇ ਕੋਲ ਜਾ ਕੇ ਕਹਿੰਦੇ ਵੀ ਘੋੜਾ ਚੰਗੀ ਨਸਲ ਦਾ ਹੋਵੇ ਪਤਾ ਲੱਗੇ ਵੀ ਇਸ ਇਲਾਕੇ ਦੇ ਸਿੱਖਾਂ ਨੇ ਸਤਿਗੁਰਾਂ ਨੂੰ ਭੇਟਾ ਕੀਤਾ। ਇਹ ਨਾ ਹੋਵੇ ਕਿ ਮੇਰਾ ਘੋੜਾ ਹੀ ਕੋਈ ਨਿੰਦ ਦੇਵੇ ਮੇਰਾ ਕੋਈ ਜਾਨਵਰ ਹੀ ਨਿੰਦ ਦੇਵੇ। ਸੋ ਇਉਂ ਇੱਦਾਂ ਨਹੀਂ ਚਾਹੀਦਾ। ਸੋਹਣੇ ਸੋਹਣੇ ਸ਼ਸਤਰ ਤੇ ਸੋਹਣੇ ਸੋਹਣੇ ਘੋੜੇ ਇਹ ਗੁਰੂ ਕੇ ਸਿੱਖ ਲਿਆ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਭੇਟਾ ਕਰਦੇ ਹਨ। ਪ੍ਰਿਥਕ ਹੋਤ ਪੂਜਾ ਹਰਿਮੰਦਰ। ਪਹਿਲਾਂ ਆਣ ਕਰਕੇ ਸਤਿਗੁਰੂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹਾਜ਼ਰੀ ਭਰਦੇ ਉੱਥੇ ਜਾ ਕਰਕੇ ਗਰੀਬ ਨਵਾਜ ਪਾਤਸ਼ਾਹ ਨਮਸਕਾਰ ਕਰਦੇ ਹਨ। ਬੈਠੇ ਤਖਤ ਆਪ ਬਨ ਸੁੰਦਰ। ਫੇਰ ਸਤਿਗੁਰੂ ਜੀ ਜਾ ਕੇ ਪਾਵਨ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਜਾ ਕੇ ਬਿਰਾਜਮਾਨ ਹੁੰਦੇ ਹਨ। ਗਨ ਮਸੰਦ ਸੰਗਤ ਸੰਗ ਲੀਏ। ਬਹੁਤ ਜ਼ਿਆਦੀਆਂ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਮਸੰਦ ਲੈ ਕਰਕੇ ਆਉਂਦੇ ਨੇ ਤੇ ਸਤਿਗੁਰਾਂ ਦੇ ਦਰਸ਼ਨ ਕਰਵਾਉਂਦੇ ਨੇ ਕਿ ਇਹ ਛੇਵੇਂ ਸਤਿਗੁਰੂ ਹਨ। ਦਰਸ਼ਨ ਕਰਕੇ ਹਰ ਸਿੱਖ ਦਾ ਚਿੱਤ ਨਿਹਾਲ ਹੁੰਦਾ ਹੈ। ਬੰਧਨ ਕਰੇ ਦਰਸ ਚਿੱਤ ਦੀਏ। ਅਤੇ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕਰਕੇ ਮਨੋ ਭਾਵਨਾ ਜਿਹੜੀ ਉਹ ਪੂਰੀ ਕਰਦੇ ਹਨ। ਦੱਖਣ ਦਿਸ਼ ਤੇ ਕਿਸ ਮਹਿਪਾਲਾ। ਕਵੀ ਜੀ ਕਹਿੰਦੇ ਨੇ ਇਸ ਤਰ੍ਹਾਂ ਸਾਰੀ ਸੰਗਤ ਦਰਸ਼ਨ ਦੀਦਾਰ ਕਰਦੀ ਹੈ ਤੇ ਇੱਕ ਦੱਖਣ ਦੀ ਦਿਸ਼ਾ ਵਾਲੇ ਪਾਸੇ ਦਾ ਦੱਖਣ ਵਾਲੇ ਪਾਸੇ ਦਾ ਇੱਕ ਰਾਜਾ ਹੈ ਉਹ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਭੇਟਾ ਕਰਦਾ ਹੈ। ਇੱਕ ਗੱਜ ਭੇਜਿਓ ਬਲੀ ਵਿਸਾਲਾ। ਇੱਕ ਸੁੰਦਰ ਹਾਥੀ ਬੜਾ ਬਲਵਾਨ ਉਹਨੇ ਸਤਿਗੁਰੂ ਜੀ ਨੂੰ ਭੇਟਾ ਕੀਤਾ ਹੈ। ਸ਼ਸਤਰ ਤੁਰੰਗ ਬ੍ਰਿੰਦ ਤਬ ਆਏ। ਬਹੁਤ ਜ਼ਿਆਦੇ ਨਾਲ ਸ਼ਸਤਰ ਵੀ ਸੋਹਣੇ ਸੋਹਣੇ ਤੇ ਘੋੜੇ ਵੀ ਭੇਟਾ ਕੀਤੇ ਹਨ। ਪੂਰੇ ਭਾਵਨੇ ਗੁਰ ਅਰਪਾਏ। ਉਹ ਸਤਿਗੁਰਾਂ ਦੇ ਚਰਨਾਂ 'ਚ ਇਹ ਸਾਰੀਆਂ ਭੇਟਾਵਾਂ ਅਰਪਣ ਕਰਦਾ ਹੈ ਕਿ ਪਾਤਸ਼ਾਹ ਮੇਰੇ ਮਨ ਦੀ ਭਾਵਨਾ
ਇਹ ਗਰੀਬ ਨਵਾਜ ਕਿਰਪਾ ਕਰਕੇ ਪੂਰੀ ਕਰ ਦਿਓ। ਸ੍ਰੀ ਹਰਿਗੋਬਿੰਦ ਹਿਰਦੇ ਵਿਚਾਰੈ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਉਂ ਸਿੱਖਾਂ ਨੂੰ ਨਿਹਾਲ ਕਰਦਿਆਂ ਤੇ ਆਪਣੇ ਹਿਰਦੇ ਦੇ ਵਿੱਚ ਵਿਚਾਰ ਕਰਦੇ ਹਨ। ਸਿੱਖਨ ਬਿਖੈ ਰੀਤ ਅਬਡਾਰੈ। ਸਤਿਗੁਰੂ ਜੀ ਚਾਹੁੰਦੇ ਨੇ ਵੀ ਗੁਰੂ ਕੇ ਸਿੱਖਾਂ ਦੇ ਵਿੱਚ ਜਿਹੜੀ ਮਰਿਆਦਾ ਉਹ ਪੈਦਾ ਕੀਤੀ ਜਾਵੇ, ਜਿਹੜੀ ਮਰਿਆਦਾ ਹੈ ਉਹ ਪਰਪੱਕ ਕਰਨੀ ਹੈ। ਇਸ ਕਾਰਨ ਤੇ ਬਾਕ ਉਚਾਰਾ। ਇਸ ਤਰ੍ਹਾਂ ਸਤਿਗੁਰੂ ਜੀ ਇਹ ਮਰਿਆਦਾ ਪਰਪੱਕ ਕਰਨ ਦੇ ਬਾਰੇ ਵਿਚਾਰ ਕਰਦਿਆਂ ਤੇ ਗਰੀਬ ਨਵਾਜ ਪਾਤਸ਼ਾਹ ਜੀਆਂ ਨੇ ਆਪਣਾ ਹੁਕਮ ਵਾਕ ਕੀਤਾ ਹੈ, ਬਚਨ ਕੀਤਾ ਹੈ। ਇਕ ਹਾਥੀ ਅਰ ਪੰਜ ਤੁਰੰਗ। ਸਤਿਗੁਰੂ ਜੀ ਆਪਣੇ ਮੁਖ ਤੋਂ ਫਰਮਾਨ ਕਰਦੇ ਨੇ, ਭਾਈ ਗੁਰੂ ਕੇ ਸਿੱਖੋ, ਇੱਕ ਹਾਥੀ ਅਤੇ ਜਿਹੜੇ 5 ਘੋੜੇ ਹਨ। ਸ਼ਸਤਰ ਬਸਤਰ ਬਹੁ ਵਿਦ ਕੇ ਸੰਗ। ਅਤੇ ਉਹਨਾਂ 5 ਘੋੜਿਆਂ ਨੂੰ ਸੁੰਦਰ ਕਾਠੀਆਂ ਪਾ ਕਰਕੇ ਉੱਤੇ ਸੁੰਦਰ ਦੁਸ਼ਾਲੇ ਪਾ ਕਰਕੇ ਹਾਥੀ ਦੇ ਵੀ ਸ੍ਰੇਸ਼ਟ ਸੁੰਦਰ ਬਸਤਰਾਂ ਦੇ ਨਾਲ ਤਿਆਰੀ ਕਰਾ ਕੇ ਨਾ ਉਹ ਸਾਡੇ ਪਾਸ ਲੈ ਕਰਕੇ ਆਉਣਾ ਕਰੋ। ਖਰੇ ਹੋਏ ਕਰ ਤਖਤ ਅਗਾਰੀ। ਇਸ ਤਰ੍ਹਾਂ ਸਤਿਗੁਰੂ ਜੀ ਹੁਕਮ ਕਰਕੇ ਤੇ ਗਰੀਬ ਨਵਾਜ ਤਖਤ ਸਾਹਿਬ ਤੋਂ ਉੱਠ ਕਰਕੇ ਨਾ ਤੇ ਪਾਤਸ਼ਾਹ ਜੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਪਾਵਨ ਸਥਾਨ ਹੈ ਥੜੇ ਦੇ ਅੱਗੇ ਗਰੀਬ ਨਵਾਜ ਪਾਤਸ਼ਾਹ ਜਾ ਖਲੋਤੇ ਨੇ। ਉੱਥੇ ਜਾ ਕਰਕੇ ਭਾਈ ਗੁਰਦਾਸ ਜੀਆਂ ਦੇ ਤਾਈਂ ਹੁਕਮ ਕੀਤਾ ਹੈ। ਪਿਤਾ ਧਿਆਨ ਕੋ ਧਾਰਤਿ ਸਬਾਰੀ। ਅਤੇ ਭਾਈ ਗੁਰਦਾਸ ਜੀਆਂ ਨੂੰ ਬੁਲਾਉਣਾ ਕੀਤਾ ਹੈ ਤੇ ਆਪ ਸਤਿਗੁਰਾਂ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਚਰਨਾਂ ਦਾ ਧਿਆਨ ਧਰ ਕੇ ਲੇ ਕਰ ਹੁਕਮ ਖਰੋ ਗੁਰਦਾਸ। ਅਤੇ ਸਤਿਗੁਰੂ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ 'ਚ ਆਪਣੇ ਮਨ ਹੀ ਮਨ ਵਿੱਚ ਬੇਨਤੀਆਂ ਕਰਦੇ ਤੇ ਭਾਈ ਗੁਰਦਾਸ ਜੀ ਜਦੋਂ ਸਤਿਗੁਰਾਂ ਦਾ ਹੁਕਮ ਪਾ ਕਰਕੇ ਸਾਹਿਬ ਜੀਆਂ ਦੇ ਨੇੜੇ ਆਉਂਦੇ ਹਨ, ਕਹਿ ਗੁਰ ਨਾਮ ਕੀਨ ਅਰਦਾਸ। ਉਹਨਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਵੀ ਭਾਈ ਗੁਰਦਾਸ ਜੀ ਤੁਸੀਂ ਨਾ ਵੱਡੇ ਸਤਿਗੁਰਾਂ ਨੂੰ ਧਿਆ ਕਰਕੇ 5 ਸਤਿਗੁਰਾਂ ਨੂੰ ਧਿਆ ਕਰਕੇ ਤੇ ਅਰਦਾਸ ਬੇਨਤੀ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਕਰਨਾ ਕਰੋ। ਅਰਪੀ ਵਸਤੂ ਲੀਨ ਸੰਭਾਰੀ। ਇਹ ਮਹਾਰਾਜ ਬੜੇ ਬੇਅੰਤ ਸਿੱਖਾਂ ਨੇ ਭੇਟਾਂ ਅਰਪਣ ਕੀਤੀਆਂ। ਦਾਤਾ ਸਾਰਿਆਂ ਦੀਆਂ ਭੇਟਾਂ ਪਾਤਸ਼ਾਹ ਆਪਣੇ ਦਰ ਤੇ ਪ੍ਰਵਾਨ ਕਰ ਲਿਓ। ਇਹ ਅਰਦਾਸ ਬੇਨਤੀ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਕਰਨਾ ਕਰੋ। ਗੱਜ ਢਾਡੀ ਕੋ ਹਿਤ ਅਸਵਾਰੀ। ਇਸ ਤਰ੍ਹਾਂ ਜਦੋਂ ਅਰਦਾਸ ਬੇਨਤੀ ਹੋਈ ਤੇ ਕਵੀ ਜੀ ਕਹਿੰਦੇ ਉਸ ਤੋਂ ਬਾਅਦ ਭਾਈ ਅਬਦੁੱਲਾ ਜੀ ਜੋ ਢਾਡੀ ਸਨ ਨਾ ਗੁਰੂ ਕੇ, ਉਹਨਾਂ ਨੂੰ ਸਤਿਗੁਰਾਂ ਨੇ ਉਹ ਚੇਚੇ ਤੌਰ ਤੇ ਆਪਣੇ ਕੋਲ ਬੁਲਾ ਕਰਕੇ ਇਹ ਜਿਹੜਾ ਸੁੰਦਰ ਹਾਥੀ ਇਹਦੇ ਉੱਤੇ ਸੋਹਣੇ ਬਸਤਰ ਪਵਾ ਕਰਕੇ ਲਿਆਂਦਾ ਸੀ, ਇਹ ਹਾਥੀ ਗਰੀਬ ਨਵਾਜ ਪਾਤਸ਼ਾਹ ਨੇ ਭਾਈ ਅਬਦੁੱਲੇ ਨੂੰ ਉਹਦੇ ਸਨਮਾਨ ਵਜੋਂ ਹੀ ਦੇ ਦੇਣਾ ਕੀਤਾ। ਲੈ ਤਿਨ ਸੁਜਸ ਗੁਰੂ ਕੋ ਕਰਿਓ। ਆਪਣੇ ਗਲ ਦੇ ਵਿੱਚ ਲੈ ਕੇ ਨਾ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਨੇ ਤੇ ਕਿਹਾ, ਭਾਈ ਅਬਦੁੱਲਾ ਜੀ ਤੁਸੀਂ ਗੁਰੂ ਘਰ ਦੀ ਬੜੀ ਵਡਿਆਈ ਕੀਤੀ, ਬੜਾ ਜਸ ਕੀਤਾ, ਇਹ ਗੁਰੂ ਘਰ ਦੇ ਵੱਲੋਂ ਤੁਹਾਨੂੰ ਭੇਟਾ ਹੈ। ਤੀਨ ਲੋਕ ਪਤ ਪ੍ਰਭੂ ਅਵਤਰਿਓ। ਉਹ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕੇ ਨਾ ਸਾਰੇ ਸਤਿਗੁਰਾਂ ਦੀ ਤੁਸੀਂ ਕੀਰਤੀ ਕੀਤੀ, ਵਡਿਆਈ ਕੀਤੀ ਹੈ। ਇਹ ਗੁਰੂ ਘਰ ਦੇ ਵਿੱਚੋਂ ਤੁਹਾਨੂੰ ਮਾਣ ਸਤਿਕਾਰ ਹੈ। ਬੋਹਰ ਗਏ ਸਤਿਗੁਰ ਹਰਮੰਦਰ। ਫੇਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜਾ ਕੇ ਦਰਸ਼ਨ ਕੀਤੇ। ਮਾਲਕ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਹਨ। ਬਸਤਰ ਤੋਂ ਰੰਗ ਦੀਏ ਬਹੁਤ ਸੁੰਦਰ। ਫੇਰ ਜਿਹੜੇ 5 ਪ੍ਰਮੁੱਖ ਗੁਰੂ ਕੇ ਸਿੱਖ ਸਨ ਨਾ, ਉਹਨਾਂ 5 ਹੀ ਸਿੱਖਾਂ ਦਾ ਸਤਿਕਾਰ ਗਰੀਬ ਨਵਾਜ ਪਾਤਸ਼ਾਹ ਨੇ 5 ਜਰਨੈਲਾਂ ਦਾ ਕੀਤਾ। 5 ਘੋੜੇ ਜਿਹੜੇ ਉਹ ਸੁੰਦਰ ਕਾਠੀਆਂ ਉਹਨਾਂ ਤੇ ਪਹਿਨਾ ਕਰਕੇ ਉਹ 5 ਘੋੜੇ ਵੀ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਸਿੱਖਾਂ ਦੇ ਵਿੱਚ ਹੀ ਦੇਣਾ ਕੀਤੇ ਹਨ। ਸ਼੍ਰੀ ਮੁਖ ਤੇ ਫੁਰਮਾਵਨ ਕੀਨੇ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਿਰ ਆਪਣੇ ਸ੍ਰੇਸ਼ਟ ਮੁਖ ਤੋਂ ਗਰੀਬ ਨਵਾਜ ਪਿਤਾ ਨੇ ਇਉਂ ਉਚਾਰਨ ਕੀਤਾ ਹੈ, ਜੋ ਇਹ ਰੀਤ ਕਰੇ ਸਿੱਖ ਚੀਨੇ। ਇਉਂ ਬਚਨ ਕੀਤਾ, ਭਾਈ ਜਿਹੜਾ ਗੁਰੂ ਕੀ ਵਡਿਆਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕਰਨ ਵਾਲਾ ਉਹਦਾ ਮਾਣ ਸਤਿਕਾਰ ਕਰੇਗਾ ਨਾ ਜਿਹੜਾ ਵੀ ਗੁਰੂ ਕਾ ਸਿੱਖ, ਉਹਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਲੋਕ ਪਰਲੋਕ ਦੇ ਸੁੱਖ ਪ੍ਰਦਾਨ ਕਰਨਗੇ, ਉਹਦੇ ਤੇ ਰਹਿਮਤ ਕਰਨਗੇ, ਉਹਦੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਕੇ ਗਰੀਬ ਨਵਾਜ ਆਪਣੇ ਚਰਨਾਂ ਦੇ ਨਾਲ ਉਹਦੀ ਪ੍ਰੀਤ ਭਾਵਨਾ ਬਣਾਉਣਗੇ।
ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਲੋਕ ਅਤੇ ਪਰਲੋਕ ਦੇ ਵਿੱਚ ਪੱਤ ਟੱਕਣਗੇ। ਜਿਹੜਾ ਗੁਰੂ ਕਾ ਸਿੱਖ ਦਾ ਸਤਿਕਾਰ ਕਰੇਗਾ, ਜਿਹੜਾ ਸਿੱਖ ਗੁਰੂ ਕੀ ਵਡਿਆਈ ਕਰਦਾ, ਗੁਰੂ ਕੀ ਉਸਤਤ ਕਰਦਾ, ਇਹ ਮਹਾਨ ਪਰਉਪਕਾਰ, ਇਹ ਵੱਡੀਆਂ ਵਡਿਆਈਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਗੁਰੂ ਕੇ ਸਿੱਖਾਂ ਨੂੰ ਬਖਸ਼ਿਸ਼ ਕੀਤੀਆਂ ਹਨ। ਧੰਨ ਧੰਨ ਸਭ ਹੂਨ ਉਚਾਰੀ। ਜਦੋਂ ਇਸ ਤਰ੍ਹਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਨਾ ਵੀ ਗੁਰੂ ਕੇ ਸਿੱਖੋ, ਆਪਸੀ ਪਿਆਰ, ਆਪਸੀ ਮਿਲਾਪ ਤੇ ਗੁਰੂ ਕੇ ਸਿੱਖਾਂ ਦਾ ਸਤਿਕਾਰ ਮਾਣ, ਗੁਰੂ ਕੀ ਉਸਤਤ ਕਰਨ ਵਾਲਿਆਂ ਦਾ, ਤੇ ਜਿਹੜਾ ਕਰੇਗਾ ਉਹਦਾ ਲੋਕ ਪਰਲੋਕ ਸੁਹੇਲਾ ਹੋ ਜਾਵੇਗਾ। ਜਦੋਂ ਇਹ ਬਚਨ ਸਤਿਗੁਰਾਂ ਕੀਤੇ ਤੇ ਸਾਰੀ ਸੰਗਤ ਨੇ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ, ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਤਰ੍ਹਾਂ ਬਚਨ ਕਰ ਕਰਕੇ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰਾਂ ਦੂਰੋਂ ਹੀ ਕਰ ਦਿੱਤੀਆਂ। ਮਹਾਬਲੀ ਸਤਿਗੁਰ ਉਪਕਾਰੀ। ਜਿਹੜੇ ਸ੍ਰੇਸ਼ਟ ਸਿੱਖ ਸਨ, ਕਹਿੰਦੇ ਮਹਾਰਾਜ ਤੁਸੀਂ ਮਹਾਨ ਸੂਰਬੀਰ ਹੋ, ਬਲੀ ਹੋ, ਤੇ ਆਪਣੇ ਸਿੱਖਾਂ ਦੇ ਉੱਤੇ ਪਰਉਪਕਾਰ ਕਰਦੇ ਹੋ, ਗਰੀਬ ਨਵਾਜੀ ਕਰਦੇ ਹੋ ਮੇਰੇ ਪਾਤਸ਼ਾਹ। ਆਦਿਕ ਚਮੂ ਕੀਨੀ ਨਿਜ ਸੰਗ। ਵੱਡੀ ਭਾਰੀ ਫੌਜ ਵੀ ਮਹਾਰਾਜ ਤੁਸੀਂ ਆਪਣੀ ਭਰਤੀ ਕੀਤੀ ਹੈ ਪਾਤਸ਼ਾਹ, ਤੁਹਾਡੇ ਚੂਜ ਨਿਆਰੇ ਹਨ। ਬਖਸ਼ੇ ਆਯੁਧ ਬ੍ਰਿੰਦ ਤੁਰੰਗ। ਜਿੱਥੇ ਸੂਰਮਿਆਂ ਨੂੰ ਆਪ ਜੀ ਨੇ ਸ਼ਸਤਰ ਵਰਤਾਏ ਨੇ, ਕਿ ਜਿਹੜੇ ਮੈਦਾਨੇ ਜੰਗ ਦੇ ਵਿੱਚ ਜੂਝਣ ਵਾਲੇ, ਉਹਨਾਂ ਦਾ ਮਾਣ ਸਨਮਾਨ ਕੀਤਾ, ਉਹਨਾਂ ਨੂੰ ਸੁੰਦਰ ਸ਼ਸਤਰ ਬਸਤਰ ਉਹਨਾਂ ਦੇ ਤਨ 'ਤੇ ਸਜਾਉਣਾ ਕੀਤੇ ਹੈ। ਉੱਥੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕਰਨ ਵਾਲੇ ਰਾਗੀ ਢਾਡੀ ਗੁਰੂ ਕੇ ਸਿੱਖ ਮਹਾਰਾਜ, ਉਹਨਾਂ ਨੂੰ ਵੀ ਆਪ ਜੀ ਨੇ ਵੱਡੀਆਂ ਵਡਿਆਈਆਂ ਦੇ ਕਰਕੇ ਨਵਾਜਣਾ ਕੀਤਾ ਹੈ। ਇਹ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਇਤਿਹਾਸ ਸੀ। ਗਰੀਬ ਨਵਾਜ ਪਾਤਸ਼ਾਹ ਦੇ ਵੱਡੇ ਭਾਰੀ ਮਹਾਨ ਪਰਉਪਕਾਰ ਨੇ। ਆਪਾਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਸਤਿਗੁਰੂ ਕਿਰਪਾ ਕਰਨ, ਸਾਨੂੰ ਸਭ ਨੂੰ ਆਪਸੀ ਪ੍ਰੇਮ ਭਾਵ, ਚੜ੍ਹਦੀ ਕਲਾ, ਸਲੂਕ ਤਬਾਕ ਬਖਸ਼ਿਸ਼ ਕਰਨ, ਸਾਡੀ ਕੌਮ ਦੀ ਚੜ੍ਹਦੀ ਕਲਾ ਹੋਵੇ। ਸਾਨੂੰ ਇਹ ਜਾਂਚ ਆ ਜਾਵੇ ਵੀ ਅਸੀਂ ਸ਼ਸਤਰਧਾਰੀ ਕਿਵੇਂ ਹੋਣਾ ਹੈ, ਗੁਰੂ ਘਰ ਦੇ ਵਿੱਚ ਜਾ ਕਰ ਕੇ ਸੰਗਤ ਕਿਵੇਂ ਕਰਨੀ, ਦਰਸ਼ਨ ਦੀਦਾਰ ਕਿਵੇਂ ਕਰਨੇ, ਕਿਵੇਂ ਗੁਰੂ ਕੇ ਸਿੱਖਾਂ ਦਾ ਸਤਿਕਾਰ ਕਰਨਾ। ਗੁਰੂ ਕਿਰਪਾ ਕਰੇ ਇਹ ਸਾਰੀਆਂ ਵਡਿਆਈਆਂ ਸਤਿਗੁਰੂ ਸਾਡੇ ਸਿੱਖਾਂ ਦੀ ਝੋਲੀ ਵਿੱਚ ਪਾ ਦੇਣ। ਇਹ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸਾਰੇ ਸਿੱਖਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰਨ, ਸਭ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੇ ਕੇ ਪਾਤਸ਼ਾਹ ਆਪਣੇ ਚਰਨਾਂ ਕਮਲਾਂ ਦਾ ਓਟ ਆਸਰਾ ਪ੍ਰੀਤ ਭਾਵਨਾ ਬਖਸ਼ਣ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸਾਹਿਬਾਨ ਗੁਰੂ ਕੀ ਸੰਗਤ ਬਖਸ਼ਿੰਦ ਹੋ ਬਖਸ਼ ਲੈਣਾ। ਅਗਾਹਾਂ ਤੋਂ ਸਮੱਤ ਪ੍ਰਦਾਨ ਕਰਨੀ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਧੰਨ ਧੰਨ ਸਭ ਹੂਨ ਉਚਾਰੀ। ਮਹਾਬਲੀ ਸਤਿਗੁਰ ਉਪਕਾਰੀ। ਅਧਿਕ ਚਮੂ ਕੀਨੀ ਨਿਜ ਸੰਗ। ਬਖਸ਼ੇ ਆਯੁਧ ਬ੍ਰਿੰਦ ਤੁਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।